साजन गुर
ਸਤਿਗੁਰ ਮੇਰ ਪੂਰਾ ਸੋ। ਜਿਹੜਾ ਅਕਾਲ ਪੁਰਖ ਦਾ ਰੂਪ ਮੇਰਾ ਪੂਰਾ ਸਤਿਗੁਰੂ ਹੈ, ਉਹ ਇਸ ਲੋਕ ਦੇ ਵਿੱਚ ਮਾਤਾ ਦੀ ਗਰਭ ਦਾ ਸਿਰਜਣ ਹੈ ਤੇ ਉਹ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ। ਉਹ ਮੇਰਾ ਪੂਰਾ ਸਤਿਗੁਰੂ ਹੀ ਹੈ। ਇਸ ਬਿਨ ਔਰ ਨ ਜਾਣੋ ਰਾਮ, ਮੈਂ ਤਿੰਨਾਂ ਗੁਰਾਂ ਤੋਂ ਬਿਨਾਂ ਹੋਰ ਅਸਥਾਨ ਵਿੱਚ ਹੋਰ ਕਿਸੇ ਨੂੰ ਵੀ ਨਹੀਂ ਜਾਣਦਾ। ਇਹ ਭਾਈ ਪੰਜਾਬੀ ਕਾਵਿ ਰਚਨਾ ਵਿੱਚ ਸ਼ਬਦਾਂ ਦੀ ਅਖੀਰ ਰਾਮ ਪਦ ਰੱਖਦੇ ਹਨ ਅਤੇ ਅਰਥ ਭਾਈ ਕਰਦੇ ਨੇ ਤੇ ਕਈ ਵਾਰੀ ਰਾਮ ਜਾਂ ਰਾਮਾ ਪਦ ਸ਼ਬਦ ਦੇ ਪਹਿਲੋਂ ਵੀ ਆ ਜਾਂਦਾ, ਉੱਥੇ ਵੀ ਕਾਵਿ ਰਚਨਾ ਅਨੁਸਾਰ ਇਹ ਭਾਈ ਹੀ ਕਰਦੇ ਹਨ। ਇਸ ਬਿਨ ਅਵਰ ਨ ਜਾਣੋ ਰਾਮ, ਇਸ ਗੁਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਅਸੀਂ ਨਹੀਂ ਜਾਣਦੇ। ਸੋ ਹੋਰ ਅਸਥਾਨ ਵਿੱਚ ਕਿਸੇ ਹੋਰ ਨੂੰ ਅਸੀਂ ਨਹੀਂ ਜਾਣਦੇ। ਮਾਤ ਪਿਤਾ ਪਾਈ ਸੁਤ ਬੰਦ ਪਾਂ, ਪਿਓ ਭਰਾ ਪੁੱਤਰ ਅਤੇ ਸੰਬੰਧੀਆਂ ਜੀ ਪ੍ਰਾਨ ਵਨ ਪਾਉਣਾ ਰਾਮ, ਭਾਰਤ ਅਤੇ ਪ੍ਰਾਣ ਆਦਿਕ ਇਹਨਾਂ ਸਾਰੀਆਂ ਲੋਕਾਂ ਮੇਰੇ ਮਨ ਦੇ ਵਿੱਚ ਪਿਆਰਾ ਸਤਿਗੁਰੂ ਪਾਇਆ ਹੈ। ਜਾਂ ਜਮਾ ਰੂਪ ਮਾਤਾ, ਸੰਤੋਖ ਰੂਪ ਪਿਤਾ, ਸ਼ਰਵਣ ਬੰਧਨ ਆਦਿਕ ਭਰਾ, ਗਿਆਨ ਰੂਪੀ ਪੁੱਤਰ, ਵੈਰਾਗ ਆਦਿਕ ਸੰਬੰਧੀ, ਪਰਮਾਰਥ ਪ੍ਰਾਣ ਦੇ ਮਨ ਵਿੱਚ ਉਹ ਪਿਆਰਾ ਸਤਿਗੁਰੂ ਜਾਂ ਪਰਮੇਸ਼ਰ ਹੀ ਪਾਇਆ ਹੈ। ਜੀਉ ਪੈਂਦਾ ਸਭ ਕੇ ਸਭ ਤਿਸ ਕਾ ਦੀਆ, ਸੋ ਐਸੇ ਗੁਰਾਂ ਦੇ ਉਪਦੇਸ਼ ਸਦਕਾ ਹੀ ਇਹ ਗਿਆਤ ਹੋਈ ਹੈ ਕਿ ਜੀਉ ਸੂਖਮ ਸਰੀਰ ਅਤੇ ਫਿਰ ਸਤਿਗੁਰ ਸਰੀਰ ਆਦਿਕ ਸਾਰਾ ਕੁਝ ਇਸ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ। ਗੁਣਾ ਪਰ ਪੂਰੇ ਪਰਮੇਸ਼ਰ ਸਾਰੇ ਗੁਣਾਂ ਨਾਲ ਲਬਾਲਾ ਭਰਿਆ ਹੋਇਆ ਹੈ। ਅੰਤਰ ਜਾਮੇ ਸੋ ਪ੍ਰਭ ਮੇਰਾ, ਗੁਰਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਮੇਰਾ ਪਰਮੇਸ਼ਰ ਸਾਰੇ ਥਾਵਾਂ ਦੇ ਵਿੱਚ ਬਾਰ ਸਾਰੇ ਪਰ ਪੂਰੇ ਸਭ ਥਾਵਾਂ ਦੇ ਵਿੱਚ ਉਹ ਵਿਆਪਕ ਹੋ ਰਿਹਾ ਹੈ। ਤਾਂ ਕਿ ਸਰਣਾ ਸਰਬ ਸੁਖ ਪਾਏ, ਇਸ ਪਰਮੇਸ਼ਰ ਦੀ ਓਟ ਲੈਣ ਕਰਕੇ ਜਾਂ ਸ਼ਰਨ ਪੈਣ ਕਰਕੇ ਸਾਰੇ ਸੁਖ ਆਨੰਦ ਪਾਉਣਾ ਕੀਤੇ ਹਨ। ਓਏ ਸਰਬ ਕਲਿਆਣਾ, ਦੀ ਸ਼ਰਨ ਪੈਣ ਕਰਕੇ ਹੀ ਸਾਰੇ ਜੀਵ ਆਨੰਦ ਦੇ ਸਹਿਤ ਹੋਏ ਹਨ ਜਾਂ ਮੁਕਤ ਹੋਏ ਨੇ। ਸਦਾ ਸਦਾ ਪ੍ਰਭ ਕਉ ਬਨਹਾਰਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਰਨ ਕਰਦੇ ਨੇ। ਇਸੇ ਕਰਕੇ ਮੈਂ ਹਮੇਸ਼ਾ ਹਮੇਸ਼ਾ ਪਰਮੇਸ਼ਰ ਤੋਂ ਮਨ ਕਰਕੇ ਤਨ ਕਰਕੇ ਕੁਰਬਾਨ ਕਰਦਾ ਬੋਲੇ ਹਰ ਜਾਂਦਾ ਹਾਂ। ਨਾਨਕ ਸਭ ਕੁਰਬਾਨਾ, ਸੈਂਕੜੇ ਵਾਰ ਪਾਣੀ ਕਰਕੇ ਵੀ ਕੁਰਬਾਨ ਬੋਲੇ ਹਰ ਜਾਂਦਾ ਹਾਂ। ਐਸਾ ਗੁਰ ਬਟ ਭਾਗੀ ਪਾਈਆ, ਅਕਾਲ ਪੁਰਖ ਦਾ ਸਰੂਪ ਪੂਰਾ ਸਤਿਗੁਰੂ ਵੱਡੇ ਭਾਗਾਂ ਕਰਕੇ ਹੀ ਪਾਇਆ ਹੈ। ਚਿਤ ਮਿਲਿਆ ਪ੍ਰਭ ਜਪ ਰਾਮ, ਸਤਿਗੁਰਾਂ ਦੇ ਮਿਲਣੇ ਕਰਕੇ ਹੀ ਵਾਹਿਗੁਰੂ ਪ੍ਰਭੂ ਨੂੰ ਜਪੀਦਾ ਹੈ।
ਜਾਂ ਪਰਮੇਸ਼ਰ ਨੂੰ ਜਾਣ ਲਈਦਾ ਹੈ। ਜਨਮ ਜਨਮ ਕੇ ਗਿਲ ਵਿਖੇ ਉਤਰਹਿ। ਰਾਮ ਜੀ ਭਾਈ ਉਸ ਪਰਮੇਸ਼ਰ ਨੂੰ ਵੱਡੇ ਭਾਗਾਂ ਦੇ ਸਦਕਾ ਗੁਰਾਂ ਦੇ ਉਪਦੇਸ਼ ਨੂੰ ਪਾ ਕੇ ਜਾਣ ਲਈਦਾ। ਜਨਮਾਂ ਜਨਮਾਂਤਰਾਂ ਦੇ ਪਾਪ ਵੀ ਉਤਰ ਜਾਂਦੇ ਹਨ। ਹਰ ਸੰਤ ਧੂੜੀ ਨਿਤ ਨਾਪੈ ਰਾਮਾ। ਹਰੀ ਪਰਮੇਸ਼ਰ ਦੇ ਸੰਤ ਜਨਾਂ ਦੀ ਚਰਨ ਧੂੜੀ ਵਿੱਚ ਨਿਤਾ ਪ੍ਰਤੀ ਇਹ ਭਾਈ ਇਸ਼ਨਾਨ ਹੁੰਦਾ ਰਹਿੰਦਾ ਹੈ ਸੁਤੇ ਸਿੱਧੀ, ਕਿਉਂਕਿ ਸਤਿਗੁਰੂ ਜੀ ਦੇ ਕੋਲ ਸੰਤਾਂ ਨੇ ਹੀ ਆਉਣਾ ਹੁੰਦਾ ਹੈ ਤੇ ਨਿਰਯਤਨ ਹੀ ਸੰਤਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਹੁੰਦਾ ਰਹਿੰਦਾ ਹੈ। ਹਰ ਧੂੜੀ ਨਹਾਈਐ ਪ੍ਰਭੂ ਤੇ ਆਈਐ। ਸੋ ਜਿਨ੍ਹਾਂ ਗੁਰਾਂ ਦੀ ਕਿਰਪਾ ਸਦਕਾ ਹੀ ਪਰਮੇਸ਼ਰ ਦੇ ਸੰਤ ਜਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰੀਦਾ, ਪਰਮੇਸ਼ਰ ਦਾ ਨਾਮ ਧਿਆਈਦਾ ਹੈ। ਬਾੜ ਜੋਨ ਨਾ ਆਈਐ। ਤੇ ਮੁੜਕੇ ਜੂਨਾਂ ਦੇ ਵਿੱਚ ਨਹੀਂ ਆਉਣਾ ਕਰੀਦਾ। ਹੋਰ ਚਰਨੀ ਲਾਗੇ ਭ੍ਰਮ ਪਾਗੇ। ਜਿਨ੍ਹਾਂ ਗੁਰਾਂ ਦੇ ਚਰਨੀ ਲਾਗੇ ਪੰਜ ਪ੍ਰਕਾਰ ਦਾ ਭਰਮ, ਇਹ 7 ਪ੍ਰਕਾਰ ਦਾ ਡਰ ਇਹ ਤਿਆਗ ਭੱਜ ਜਾਂਦਾ ਹੈ। ਮਨ ਜਿੰਦਿਆ ਬਲ ਪਾਈਐ। ਤੇ ਮਨ ਚਿਤ ਫਲ ਪੂਰਾ ਕਰੀਦਾ ਹੈ। ਹਰ ਗੁਣ ਨਿਤ ਗਾਏ ਨਾਮ ਤੇ ਆਵੇ। ਇਹਨਾਂ ਪੁਰਖਾਂ ਨੇ ਐਸੇ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਿਤਾ ਪ੍ਰਤੀ ਕੀਰਤਨ ਰੂਪ ਦੇ ਵਿੱਚ ਗੁਣ ਗਾਏ। ਇਹ ਪਰਮੇਸ਼ਰ ਦੇ ਨਾਮ ਨੂੰ ਤਿਆਗ ਕਰੀਏ, ਬੇਨਤੀ ਕਰਕੇ ਆਰਾਧਨਾ ਕੀਤਾ ਤੇ ਹੋਣਾ ਕੀਤਾ। ਫਿਰ ਸੋਗ ਨਾਹੀ ਸੰਤਾਪੈ। ਫਿਰ ਮੁੜ ਕੇ ਉਹਨਾਂ ਨੂੰ ਕੋਈ ਕਾਮ ਅਤੇ ਦੁੱਖ ਨਹੀਂ ਹੁੰਦਾ, ਜਾਂ 84 ਦੇ ਫੇਰੇ ਵਿੱਚ ਨਹੀਂ ਪੈਂਦੇ ਤੇ ਨਾ ਹੀ ਉਹਨਾਂ ਨੂੰ ਵਿਛੋੜੇ ਕਰਕੇ ਸੋ ਇਹ ਕਰਮ ਪ੍ਰਾਪਤੀ ਦਾ ਦੁੱਖ ਹੁੰਦਾ ਹੈ। ਨਾਨਕਾ ਸੁਖਮ ਜੀ ਕਾ ਦਾਤਾ। ਸਤਿਗੁਰੂ ਮਹਾਰਾਜ ਕਦਮ ਕਰਦੇ ਨੇ ਕਿ ਗੁਰਾਂ ਦੇ ਉਪਦੇਸ਼ ਸਦਕਾ ਹੀ ਇਹ ਯਾਦ ਹੁੰਦੀ ਹੈ ਕਿ ਉਹ ਜਿਹੜਾ ਪਰਮਾਤਮਾ ਹੈ ਸਾਰੇ ਜੀਵਨ ਦਾ ਦਾਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜਾਂ ਜੀਵਨ ਮੁਕਤੀ ਦਾ ਦਾਤਾ ਹੈ। ਪੂਰਾ ਜਿਸ ਪਰ ਤਪੈ। ਜਿਸ ਪੂਰਨ ਪਰਮੇਸ਼ਰ ਦਾ ਸਾਰੇ ਸੰਸਾਰ ਅੰਦਰ ਤੇਜ ਪ੍ਰਤਾਪ ਵਰਤ ਰਿਹਾ ਹੈ। ਹਰ ਹਰੇ ਹਰ ਗੁਣ ਨਿਦੇ। ਸੋ ਜੋ ਸਾਰਿਆਂ ਦੇ ਪਾਪਾਂ ਦਾ ਹਰਕ ਤੇ ਚਿੱਤਾਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹ ਗੁਣ ਨਿਧ ਗੁਣਾਂ ਦਾ ਸਮੁੰਦਰ ਹੈ। ਹਰ ਸੰਤਨ ਕੈ ਵਸਿਆ ਨਹੀਂ ਰਾਮ। ਰਾਮ ਜੀ ਭਾਈ ਸੋ ਜਿਹੜਾ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਉਹ ਪਰਮੇਸ਼ਰ ਸੰਤ ਜਨਾਂ ਦੇ ਪ੍ਰੇਮਾ ਭਗਤੀ ਕਰਕੇ ਵਸ ਵਿੱਚ ਦੀ ਹੱਕੀ ਵਿੱਚ ਆਉਂਦਾ ਹੈ, ਜਾਂ ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲ ਕੇ ਗੁਣ ਗਾਉਣ ਕਰਕੇ ਵਸ ਵਿੱਚ ਆਉਂਦਾ ਹੈ। ਸੰਤ ਚਰਨ ਗੁਰ ਸੇਵਾ ਲਾਗੇ। ਇਹ ਭਾਈ ਜਿਹੜੇ ਪੁਰਖ ਸ੍ਰੀਏਸ਼ ਜਨਾਂ ਦੇ ਚਰਨੀ ਪੈ ਕੇ ਗੁਰਾਂ ਦੀ ਸੇਵਾ ਟਹਿਲ ਵਿੱਚ ਲੱਗੇ ਨੇ। ਤਿਤਨੀ ਪਰਮ ਪਦ ਪਾਏ ਰਾਮ। ਇਹਨਾਂ ਨੇ ਹੀ ਪਰਮ ਕੇਵਲ ਮੁਕਤੀ ਨੂੰ ਪਾਉਣਾ ਕੀਤਾ ਹੈ। ਰਾਮ ਜੀ ਭਾਈ ਜਾਂ ਉਹਨਾਂ ਨੇ ਹੀ ਰਾਮ ਪਰਮੇਸ਼ਰ ਦਾ ਨਾਮ ਜਪ ਕੇ ਪਰਮ ਸਭ ਤੋਂ ਵੱਡੀ ਪਦਵੀ ਕੇਵਲ ਮੁਕਤੀ ਨੂੰ ਪਾਉਣਾ ਕੀਤਾ ਹੈ। ਪਰਮ ਪਦ ਪਾਇਆ ਆਪ ਮਿਟਾਇਆ। ਜਿਨ੍ਹਾਂ ਨੇ ਗੁਰੂ ਉਪਦੇਸ਼ ਦੁਆਰਾ ਅੰਦਰੋਂ ਆਪਾ ਭਾਵ ਹੰਕਾਰ ਮਿਟਾ ਕੇ ਪਰਮ ਵੱਡੀ ਪਦਵੀ ਕੇਵਲ ਮੋਖ ਨੂੰ ਪਾਇਆ ਹੈ। ਹਰ ਪੂਰਨ ਕਿਰਪਾ ਤਾਰੀ।
ਉਹਨਾਂ ਤੇ ਹਰੀ ਪਰਮੇਸ਼ਰ ਨੇ ਪੂਰੀ ਤਰ੍ਹਾਂ ਦਇਆ ਦ੍ਰਿਸ਼ਟੀ ਧਾਰਨ ਕੀਤੀ ਹੈ। ਸਫਲ ਜਨਮ ਹੋਆ ਪਉਪਕਾ। ਸੋ ਉਹਨਾਂ ਦਾ ਮੱਖਾ ਜਨਮ ਧਾਰਿਆ ਹੋਇਆ ਪ੍ਰਮਾਣਿਕ ਸਫਲ ਹੋ ਗਿਆ ਹੈ ਅਤੇ ਉਹਨਾਂ ਦਾ ਜਮਨ ਦਾ ਕਾਲਾ ਡਰਦੀ ਭੱਜ ਗਿਆ ਹੈ। ਹਰ ਭੇਟਿਆ ਏਕ ਮੁਰਾਰੀ। ਜਿਨ੍ਹਾਂ ਨੂੰ ਮੁਰ ਦੇ ਅੰਦਰ ਵੈਰੀ ਹਰੀ ਪਰਮੇਸ਼ਰ ਮਿਲਿਆ ਹੈ ਉਹਨਾਂ ਦਾ ਮੱਖਾ ਜਨਮ ਵੀ ਸਫਲ ਤੇ ਡਰ ਵੀ ਖਤਮ ਹੋ ਗਿਆ। ਜਿਸ ਕਾ ਸੰਤ ਨਹੀਂ ਮੇਲ ਲਿਆ। ਜਿਨ੍ਹਾਂ ਦਾ ਸੇਵਕ ਸੀ ਜਾਂ ਜਿਸ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਸੀ ਜਾਂ ਜਿਸ ਦਾ ਪਹਿਲਾ ਸਰੂਪ ਸੀ ਉਸੇ ਨੇ ਹੀ ਕਿਰਪਾ ਕਰਕੇ ਆਪਣੇ ਨਾਮ ਦੇ ਲਿਆ ਹੈ। ਜੋਤੀ ਜੋਤ ਸਮਾਇਆ। ਹਰ ਅੰਤ ਨੂੰ ਉਸ ਪ੍ਰਕਾਸ਼ ਰੂਪ ਪਰਮੇਸ਼ਰ ਨੇ ਉਹਦੀ ਪ੍ਰਤਿਭ ਜੋਤ ਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ। ਨਾਨਕ ਨਾਮ ਨਿਰੰਜਨ ਜਪੀਐ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਸੋ ਪੂਰੇ ਗੁਰਾਂ ਨਾਲ ਮਿਲ ਕੇ ਨਿਰ ਅੰਜਨ ਅੰਜਨ ਨਾਮ ਹੈ ਸੁਰਮੇ ਦਾ। ਸੁਰਮੇ ਤੋਂ ਲੈਣੀ ਹੈ ਕਾਲਖ, ਕਾਲਖ ਤੋਂ ਲੈਣੀ ਹੈ ਮਾਇਆ, ਮਾਇਆ ਤੋਂ ਨਿਰਲੈਤ ਜੋ ਪਾਪਾਂ ਰੂਪੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਪਣਾ ਕਰੀਏ। ਮੇਰਾ ਸਤਿਗੁਰ ਸੁਖ ਪਾਇਆ। ਜਿਸ ਨੇ ਸਤਿਗੁਰਾਂ ਦੇ ਨਾਲ ਮਿਲ ਕੇ ਨਾਮ ਜਪਿਆ ਉਸਨੇ ਹੀ ਸੁਖ ਦਾ ਸਰੂਪ ਜਾਂ ਆਤਮਿਕ ਸੁਖ ਨੂੰ ਪਾਇਆ ਹੈ। ਗਾਓ ਮੰਗਲੋ ਨਿਤ ਹਰ ਜਨੋ। ਹਰੀ ਪਰਮੇਸ਼ਰ ਦੇ ਸੰਤ ਜਨੋ ਨਿਤ ਪ੍ਰਤੀ ਪਰਮੇਸ਼ਰ ਦੇ ਜਸ ਜਾਂ ਮੰਗਲਾਚਾਰ ਨੂੰ ਗਾਵੋ। ਨੀਚ ਸਭਾਈ ਨਾਮ। ਇੱਕ ਨਾਮ ਪਰਮੇਸ਼ਰ ਦੇ ਗੁਣ ਗਾਵੋਗੇ ਤਾਂ ਤੁਹਾਡੀ ਸਾਰੀ ਇੱਛਾ ਕਾਮਨਾ ਪੂਰੀ ਹੋ ਜਾਵੇਗੀ। ਰੰਗ ਰਤੇ ਆਪਣੇ ਸੁਆਮੀ ਸੇਤੀ। ਸੋ ਜਿਹੜੇ ਪੁਰਖ ਆਪਣੇ ਮਾਲਕ ਪਰਮੇਸ਼ਰ ਦੇ ਨਾਲ ਪ੍ਰੇਮ ਰੰਗ ਦੇ ਵਿੱਚ ਰੰਗੇ ਗਏ ਹਨ। ਮਰੈ ਨਇਆ ਵਾਚਾਈ ਰਾਮ। ਰਾਮ ਜੀ ਭਾਈ ਉਹ ਮਰ ਕੇ ਆਉਂਦੇ ਨਹੀਂ ਤੇ ਜੰਮ ਕੇ ਆਉਂਦੇ ਨਹੀਂ ਤੇ ਮਰ ਕੇ ਜਾਂਦੇ ਨਹੀਂ ਹਨ। ਅਵਨਾਸੀ ਪਾਇਆ ਨਾਮ ਤੇ ਆਇਆ। ਇਸ ਪ੍ਰਕਾਰ ਰੰਗ ਰਤੇ ਆਪਣੇ ਸੁਆਮੀ ਸੇਤੀ। ਗੁਰਮੁਖ ਜਨ ਸਦਾ ਹੀ ਆਪਣੇ ਮਾਲਕ ਪਰਮੇਸ਼ਰ ਦੇ ਨਾਲ ਆਨੰਦ ਦੇ ਵਿੱਚ ਲੱਗੇ ਰਹਿੰਦੇ ਨੇ। ਮਰੈ ਨਇਆ ਵਾਚਾਈ ਰਾਮ। ਕਿਉਂਕਿ ਉਹ ਪਰਮੇਸ਼ਰ ਨਾ ਤਾਂ ਜਨਮ ਧਾਰ ਕੇ ਆਉਂਦਾ ਤੇ ਨਾ ਹੀ ਮਰ ਕੇ ਜਾਂਦਾ। ਜਿਹੜਾ ਉਹਦੇ ਲੜ ਲੱਗਦਾ ਉਹਦਾ ਨਾਮ ਜਪਦਾ ਉਹ ਵੀ ਮਰ ਕੇ ਆਉਣ ਤੇ ਜਾਣ ਤੋਂ ਰਹਿ ਜਾਂਦਾ ਹੈ। ਅਵਨਾਸੀ ਪਾਇਆ ਨਾਮ ਤੇ ਆਇਆ। ਜਿਨ੍ਹਾਂ ਨੇ ਗੁਰੂ ਤੇਗ ਦੁਆਰਾ ਨਾਮ ਨੂੰ ਧਿਆਇਆ ਉਹਨਾਂ ਨੇ ਨਾਸ਼ ਤੋਂ ਰਹਿਤ ਪਰਮੇਸ਼ਰ ਨੂੰ ਪਾਇਆ ਹੈ। ਸਗਲ ਗੁਰਤ ਪਾਏ। ਉਹਨਾਂ ਦੇ ਮਨ ਦੇ ਸਾਰੇ ਸੰਕਲਪ ਦਰਸ਼ਨ ਪਾ ਕੇ ਪੂਰੇ ਹੋ ਗਏ। ਪਰ ਜਿਹੜੇ ਮਨ ਦੇ ਪਹਿਲੇ ਸੰਕਲਪ ਸੀ ਉਹ ਪੂਰੇ ਹੋ ਗਏ। ਅੱਗੇ ਵਾਸਤੇ ਕੋਈ ਵੀ ਸੰਕਲਪ ਨਹੀਂ ਰਿਹਾ। ਸਾਤ ਸਹਿਜ ਆਨੰਦ ਕਰੇ ਰੇ। ਉਹਨਾਂ ਦੇ ਮਨ ਵਿੱਚ ਸ਼ਕਤੀ ਆ ਗਈ ਹੈ। ਸ਼ਾਂਤੀ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਸੋ ਸਹਿਜੇ ਹੀ ਬਹੁਤ ਆਨੰਦ ਦੀ ਪ੍ਰਾਪਤੀ ਹੋਈ ਹੈ। ਇਸੇ ਪ੍ਰਕਾਰ ਸਾਤ ਸਹਿਜ ਆਨੰਦ ਕਰੇ ਰੇ। ਸ਼ਾਂਤੀ ਸੁਭਾਵ ਤੇ ਗਿਆਨ ਨੂੰ ਪਾ ਕੇ ਕੜੇ ਆਨੰਦ ਦੀ ਪ੍ਰਾਪਤੀ ਹੋਈ ਹੈ। ਔਰ ਐਸਾ ਨਿਸ਼ਚੈ ਕੀਤਾ ਹੈ ਕਿ ਚਰਨੀ
ਲਾਏ। ਤੇਰੇ ਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਸੋ ਚਿੱਤ ਨੂੰ ਲਾ ਗਿਆ ਹੈ, ਚਿੱਤ ਲੱਗਾ ਹੈ ਤਾਂ ਹੀ ਸ਼ਾਂਤੀ ਆਈ ਹੈ ਤੇ ਸਹਿਜੇ ਕਣਿਆਂ ਨਾਲ ਪ੍ਰਾਪਤ ਹੋਏ ਹਨ। ਭੂਰ ਰਹਿਆ ਘਟ ਕਟਿਆ ਬਨਾਸੀ। ਆਕਾਸ਼ ਤੋਂ ਹੈ ਪਰਮੇਸ਼ਰ ਸਦੇ ਸਦੀ ਵਿੱਚ ਵਿਆਪਕ ਹੋ ਰਿਹਾ ਹੈ। ਆਨੰਦ ਅਨੰਤਰ ਸਾਈ। ਅੱਗੇ ਸਤੂਲ ਸਰੀਰ ਰੂਪੀ ਅਸਥਾਨਾਂ ਵਿੱਚ, ਇਹ ਸੂਖਮ ਸਰੀਰ ਰੂਪ ਅਸਥਾਨਾਂ ਵਿੱਚ ਜਾਂ ਸਤੂਲ ਸਰੀਰ ਤੇ ਹਿਰਦੇ ਰੂਪ ਅਸਥਾਨਾਂ ਵਿੱਚ ਵੀ ਉਹ ਪਰਮੇਸ਼ਰ ਹੀ ਵਿਆਪਕ ਹੈ। ਕਉ ਨਾਨਕ ਕਾਰਜ ਸਗਲੇ ਪੂਰੇ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਉਹਨਾਂ ਦੇ ਸਾਰੇ ਵਿਵਹਾਰਕ ਕੰਮ ਵੀ ਪੂਰੇ ਹੋ ਗਏ ਤੇ ਪਰਮਾਰਥ ਵੀ ਸਿੱਧ ਹੋ ਗਿਆ। ਹੋਰ ਚਰਣੀ ਮਨ ਲਾਈ। ਇਹਨਾਂ ਨੇ ਮਨ ਦੀ ਬਿਰਤੀ ਜਾਂ ਮਨ ਦੀ ਪ੍ਰੀਤੀ ਗੁਰੂ ਦੇ ਚਰਨ ਕਮਲਾਂ ਨਾਲ ਲਾ ਲਈ ਹੈ। ਉਹਨਾਂ ਦੇ ਦੁਨੀਆ ਦੇ ਕੰਮ ਵੀ ਸਾਰੇ ਪੂਰੇ ਹੋ ਗਏ ਤੇ ਪਰਮਾਰਥ ਮੁਕਤੀ ਦੀ ਪ੍ਰਾਪਤੀ ਵੀ ਹੋ ਗਈ। ਸੋਹੇ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਖਾਂ, ਕੰਨਾਂ, ਅੱਖਾਂ ਦੀ ਇੰਦਰੀਆਂ ਨੂੰ ਸਫਲ ਕਰਨ ਵਾਸਤੇ ਜਗਿਆਸੂ ਮੁਖ ਦੁਆਰਾ ਪਰਮੇਸ਼ਰ ਦੇ ਸਮੁਖ ਬੇਨਤੀ ਕਰਦੇ ਹਾਂ, ਦੇਸ਼ ਬਖਸ਼ਿਸ਼ ਕਰ ਰਹੇ ਨੇ। ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ। ਇਹ ਮੇਰੇ ਪਿਆਰੇ ਮਾਲਕ ਤੂੰ ਮੇਰੇ ਤੇ ਕਿਰਪਾ ਕਰ, ਐਸੀ ਮਿਹਰ ਕਰ। ਨੇਤਰ ਦੇਖਣ ਕਰ ਸਤੇਰਾ ਰਾਮ। ਇਹ ਰਵੇ ਪਰਮੇਸ਼ਰ, ਮੈਂ ਆਪਣੇ ਪ੍ਰਤੱਖ ਨੇਤਰ ਅੱਖਾਂ ਦੇ ਨਾਲ ਤੇਰਾ ਹੀ ਦਰਸ਼ਨ ਵੇਖਦਾ ਰਹਾਂ। ਜਿਹੜੇ ਤੇਰੇ ਨੇਤਰ ਨੇ ਉਹ ਹਮੇਸ਼ਾ ਤੇਰੇ ਦਰਸ਼ਨਾਂ ਨੂੰ ਹੀ ਦੇਖਦੇ ਰਹਿਣ। ਇਸੇ ਪ੍ਰਕਾਰ ਨੇਤਰ ਦੇਖਣ ਦਰਸ ਤੇਰਾ ਰਾਮ। ਮਨਪਤ ਰੂਪ ਨੇਤਰ ਜਾਂ ਵੈਰਾਗ ਰੂਪ ਨੇਤਰ ਐਸੇ ਮੈਨੂੰ ਬਖਸ਼ੋ ਜਿਨ੍ਹਾਂ ਨਾਲ ਮੈਂ ਤੁਹਾਡੇ ਦਰਸ਼ਨ ਹੀ ਵੇਖਦਾ ਰਹਾ ਹਮੇਸ਼ਾ ਹੀ। ਲੱਖ ਜਿਹਵਾ ਦੇਹੋ ਮੇਰੇ ਪਿਆਰੇ। ਮੇਰੇ ਪਿਆਰੇ ਵਾਹਿਗੁਰੂ ਮੈਨੂੰ ਲੱਖਾਂ ਜ਼ੁਬਾਨਾਂ ਬਖਸ਼ ਦੇ ਜਾਂ ਲੱਖਾਂ ਮੂੰਹਾਂ ਵਿੱਚ ਲੱਖਾਂ ਜ਼ੁਬਾਨਾਂ ਦੇ ਦੇ। ਮੁਖ ਹਰਿਆ ਰਾਤੇ ਮੇਰਾ ਰਾਮ। ਇਸ ਕਰਕੇ ਮੈਂ ਹਰੇਕ ਮੂੰਹ ਦੇ ਨਾਲ ਇਹ ਹਰੀ ਪਰਮੇਸ਼ਰ ਤੇਰੇ ਨਾਮ ਨੂੰ ਆਰਾਧਨਾ ਕਰਾਂ, ਕਿਉਂਕਿ ਰਾਮ ਰਮੇ ਹੋਏ ਪਰਮੇਸ਼ਰ ਤੂੰ ਹੀ ਮੇਰਾ ਪਿਆਰਾ। ਆਓ 2 ਮਿੰਟ ਵਾਹਿਗੁਰੂ ਨਾਲ ਕਰੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਦੋ ਜੀਵੋ ਲੱਖ ਹੋਏ, ਲੱਖ ਹੋ ਰਹੇ ਲੱਖ ਵੀਸ। ਮੇਰੀ ਇੱਕ ਤੋਂ ਦੋ ਜਮਾਤਾਂ ਬਣ ਜਾਣ ਤੇ ਦੋ ਜਮਾਤਾਂ ਤੋਂ ਲੱਖ ਬਣ ਜਾਣ ਤੇ ਉਹਨਾਂ ਲੱਖ ਜਮਾਤਾਂ ਤੋਂ ਅੱਗੇ 20 ਲੱਖ ਬਣ ਜਾਣ। ਇੱਕ ਦੋ ਜੀਵੋ ਲੱਖ ਹੋਏ, ਲੱਖ ਹੋ ਰਹੇ ਲੱਖ ਵੀਸ। ਉਹਨਾਂ 20 ਲੱਖ ਜਮਾਤਾਂ ਦੇ ਨਾਲ ਲੱਖ ਲੱਖ ਜਿਹੜਾ ਕੀ ਇੱਕ ਇੱਕ ਜ਼ਬਾਨ ਦੇ ਨਾਲ ਲੱਖ ਵਾਰ ਵਾਹਿਗੁਰੂ ਕਹੀਏ। ਇੱਕ ਜ਼ਬਾਨ ਦੇ ਨਾਲ ਲੱਖ ਲੱਖ ਵਾਰ ਵਾਹਿਗੁਰੂ ਕਹੀਏ ਤੇ 20 ਲੱਖ ਜ਼ਬਾਨਾਂ ਦੇ ਨਾਲ 20 ਲੱਖ। ਸੋ ਮਹਾਰਾਜ ਦੇ ਵਾਹਿਗੁਰੂ ਨਾਮ ਦਾ ਜਾਪ ਕਰੀਏ 2-4 ਘੰਟਿਆਂ ਦੇ ਵਿੱਚ। ਸੋ ਇੱਕ ਜ਼ਬਾਨ ਦੇ ਨਾਲ ਹੁਣ ਰੱਜ ਨਹੀਂ ਆਉਂਦਾ। ਜਿਵੇਂ ਭਾਈ ਪਾਲੋ ਸਾਹਿਬ ਜੀ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਦੇ ਅਨੇਕ ਸਿੱਖ ਸਨ। ਉਹਨਾਂ ਦੀ ਪਰਮਹੰਸ ਦੀ ਅਵਸਥਾ ਇੱਕ ਦਿਨ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਪਾਸ ਬੈਠ ਕੇ ਬੇਨਤੀ ਕਰਨ ਲੱਗੇ ਕਿ ਮਹਾਰਾਜ ਨਾਮ ਦਾਨ ਬਖਸ਼ੋ। ਤਾਂ ਮਹਾਰਾਜ ਕਹਿਣ ਲੱਗੇ ਭਾਈ ਪਾਲੋ ਗੁਰਮੁਖ ਰੋਮ ਰੋਮ ਹਰ ਧਿਆਵੈ, ਤੇਰਾ ਰੋਮ ਰੋਮ ਮੁਖੀ ਗੁਰਾਦਾਰ ਵਾਹਿਗੁਰੂ ਵਾਹਿਗੁਰੂ ਨਾਮ ਧਿਆਇਆ। ਇਹਦੇ ਤੋਂ ਵੱਧ ਅਸੀਂ ਹੋਰ ਤੈਨੂੰ ਕੀ ਨਾਮ ਬਖਸ਼ੀਏ। ਕਹਿੰਦਾ ਜੀ ਆਸਾ ਮਹਲਾ ਪਹਿਲਾ ਆਖਾਂ ਜੀਵਨ ਵਿਸਰੇ ਮਨ ਜਾਣ, ਆਖਣ ਔਖਾ ਸੱਚਾ ਨਾਉ, ਸੱਚੇ ਨਾਮ ਦੀ ਲਾਗੇ ਭੋਗ। ਮੈਨੂੰ ਸੱਚੇ ਨਾਮ ਦੀ ਹੋਰ ਵੀ ਭੁੱਖ ਲੱਗੀ ਜਾਂਦੀ ਹੈ। ਇਹਦੇ ਪ੍ਰਕਾਸ਼ ਜੀ ਤੁਸੀਂ ਦੇਖਿਆ 8-9 ਵਜੇ ਨਾਸ਼ਤੇ ਦਾ ਟਾਈਮ। ਜੇ ਤਾਂ ਨਾਸ਼ਤਾ ਕਰ ਲਓਗੇ, ਡਾਕਟਰ ਕਹਿੰਦੇ ਵੀ ਨਾਸ਼ਤਾ ਜ਼ਰੂਰੀ ਕਰੋ। 2 ਪਰੌਂਠੇ ਵੀ ਖਾ ਲਓਗੇ ਤੇ ਦੁਪਹਿਰੇ ਵੀ 4 ਵਜੇ ਖਾ ਸਕਦੇ ਹੋ। ਜੇ ਨਾਸ਼ਤਾ ਨਹੀਂ ਕਰਾਂਗੇ ਤਾਂ ਦੁਪਹਿਰੇ ਵੀ ਰੋਟੀ ਨਹੀਂ ਖਾਂਦੀ। ਇਹਨੇ ਦੋਵੇਂ ਟਾਈਮ ਦੀ ਰੋਟੀ ਖਾਧੀ ਤੇ ਰਾਤ ਨੂੰ ਤਾਂ ਕਵਾੜੀ ਬਣ ਜਾਂਦਾ, ਨਾ ਤਾਂ ਛੱਡਣ ਜੋਗੇ ਨਾ ਖਾਣ ਜੋਗੇ। ਸੋ ਸਰੀਰ ਖਰਾਬ ਹੋ ਜਾਂਦਾ। ਭਾਵੇਂ ਇੱਕ ਹੀ ਪ੍ਰਸ਼ਾਦਾ ਛੱਡੇ, ਇਹ ਡਾਕਟਰ ਕਹਿੰਦੇ ਕਿ 3 ਟਾਈਮ ਸਿਰ ਛੱਡੇ। ਜੇ ਨਹੀਂ ਖਾਓਗੇ ਤਾਂ ਭੁੱਖ ਮਰ ਜਾਏਗੀ, ਲੱਗ ਲੱਗ ਗਰਮੀ ਤੇ ਸਰੀਰ ਖਰਾਬ ਹੋ ਜਾਏਗਾ। ਕਿਉਂ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ, ਜੇ ਤਾਂ ਨਿਤਨੇਮ ਨਹੀਂ ਕਰਾਂਗੇ ਤਾਂ ਹੋਏਗਾ ਹੀ ਨਹੀਂ। ਜੇ ਵਾਹਿਗੁਰੂ ਨਾਮ ਦਾ ਜਾਪ ਨਹੀਂ ਕੀਤਾ ਤੇ ਨਹੀਂ ਕੀਤਾ, ਪਤਾ ਹੀ ਨਹੀਂ ਕਿ ਕਰਨਾ ਵੀ ਹੈ ਕਿ ਨਹੀਂ ਕਰਨਾ। ਪਰ ਜਿਵੇਂ ਜਿਵੇਂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਸੋ ਨਾਮ ਉਚਾਰਾਂਗੇ, ਬਾਣੀ ਦਾ ਨਿਤਨੇਮ ਕਰਾਂਗੇ, ਤਿਵੇਂ ਤਿਵੇਂ ਸਵਾਦ ਆਏਗਾ, ਆਨੰਦ ਆਏਗਾ। ਤੇ ਜੇ ਡੇਲੀ ਕਰਾਂਗੇ 2-2 ਟਾਈਮ 3-3 ਟਾਈਮ ਗੁਰੂ ਮਹਾਰਾਜ ਦੇ ਨਾਮ ਦਾ ਜਾਪ ਅਭਿਆਸ ਕਰਦੇ ਹਾਂ ਤੇ ਫਿਰ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ। ਸਾਚੇ ਨਾਮ ਦੀ ਲਾਗਿਆ ਭੁੱਖ, ਉਹਦੇ ਵੱਡੇ ਭਾਗ ਹਨ। ਡਾਕਟਰ ਕਹਿੰਦੇ ਵੀ ਜਿਸ ਬੰਦੇ ਨੂੰ ਭੁੱਖ ਲੱਗਦੀ ਹੈ ਉਹ ਬੰਦਾ ਤੰਦਰੁਸਤ ਹੈ। ਅੱਜ ਕੱਲ ਮਹਾਮਾਰੀ ਦਾ ਜੋਰ ਚੱਲ ਰਿਹਾ, ਸੰਗਤ ਇਹਦਾ ਮਹਾਰਾਜ ਕਿਰਪਾ ਹੀ ਕਰੇ। ਪਹਿਲਾਂ ਹੋਰ ਬਦਬਲਾ ਸੀ ਕਰੋਨਾ, ਹੁਣ ਸੈਲ ਕੱਟਣੀ ਦਾ ਬਹੁਤ ਹੀ ਵੱਡੀ ਬਿਮਾਰੀ। ਕੁਝ ਵੀ ਖਾਣ ਦੀ ਲੋੜ ਨਹੀਂ, ਕੋਈ ਦਵਾਈ ਬੂਟੀ ਨਾ ਕੋਈ ਸਪੈਸ਼ਲ,
ਬੰਦਾ ਪ੍ਰਸ਼ਾਦਾ ਹੀ ਛਕੀ ਜਾਏ ਆਨੰਦ ਮੰਗਲ ਬਣ ਜਾਂਦਾ। ਇਸ ਵਾਸਤੇ ਜੇ ਮਹਾਰਾਜ ਦੇ ਚਰਨਾਂ ਦਾ ਕੋਟ ਆਸਰਾ ਨਾ ਤੁਸੀਂ ਵੇਖੋ ਵੀ ਸਹਿਦ ਘਟ ਜਾਏ ਤੇ ਬੰਦਾ ਇਹ ਜੇ ਰੂਹ ਦੀ ਖੁਰਾਕ ਵਾਹਿਗੁਰੂ ਨਾਮ ਦਾ ਜਾਪ ਜਪਿਆ ਹੀ ਨਹੀਂ, ਕਦੀ ਘੜੀ ਘੰਟਾ ਕਦੀ ਸ਼ੌਕ ਮਿਲਦੇ ਨਾਲ ਇੱਕ ਵਾਰ ਵੀ ਵਾਹਿਗੁਰੂ ਨਹੀਂ ਆਖਿਆ, ਤੋ ਗੁਰੂ ਬਾਣੀ ਦਾ ਜਪਜੀ ਸਾਹਿਬ ਦਾ ਜਾਪ ਸਾਹਿਬ ਦਾ ਇੱਕ ਨਿਤਨੇਮ ਵੀ ਨਹੀਂ ਕੀਤਾ, ਬਲਕਿ ਦੋ ਹੋਣੀ ਚਾਹੀਦੀ। ਜਿਹੜੀ ਪਿਛਲੀ ਉਮਰ ਸਾਡੀ ਗੁਨਾਹਾਂ ਚ ਲੰਘ ਗਈ ਤਾਂ ਤੁਸੀਂ ਦੱਸੋ ਕਿ ਸੈਰਣੇ ਕੱਢਣ ਦੇ ਤਾਂ ਹੋਰ ਕੀ ਹੋਊਗਾ? ਆਤਮਾ ਕਮਜ਼ੋਰ ਹੋ ਕੇ ਰੋਈ ਤਾਂ ਚੜਾਈ ਕਰ ਜਾਊਗੀ। ਇਸ ਵਾਸਤੇ ਇਹ ਸੱਚੇ ਪਾਤਸ਼ਾਹ ਭਾਈ ਪਾਰੋ ਜੀ ਬੇਨਤੀ ਕਰ ਰਹੇ ਨੇ, ਸੱਚੇ ਨਾਮ ਦੀ ਲੱਗ ਭੁੱਖ, ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਉਹ ਤਾਂ ਭੁੱਖ ਹੈ ਖਾਈ ਚਲੀ ਹੈ, तो ਉਸ ਭੁੱਖ ਲੱਗਣ ਤੋਂ ਜਿਹੜਾ ਦੁੱਖ ਹੈ ਆਪਣੇ ਦਾ ਵਿਕਾਰਾਂ ਦਾ ਚਿੰਤਾ ਦਾ ਜਿੰਨੇ ਵੀ ਦੁੱਖ ਦੇ ਰੋਗ ਨੇ ਉਹ ਚਲੇ ਜਾਂਦੇ ਨੇ। ਪਾਸ਼ਾ ਨੇ ਲਿਖੀ ਗਰੰਟੀ ਦਿੱਤੀ ਹੈ, ਦੁੱਖ ਕਲੇਸ਼ ਨਾ ਭਉ ਵਿਆਪੈ ਔਰ ਮੰਤਰ ਹਿਰਦੈ ਹੋਏ। ਇੱਕ ਵਾਰ ਫਿਰ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਹਿਰਦੇ ਚ ਲੈ ਗਿਆ ਨਾ ਫਿਰ ਦੁੱਖ ਨਾ ਕਲੇਸ਼ ਅਵਿਦਿਆ ਅਸਮਤਾ ਅਭਿਨਵੇਸ਼ ਰਾਤ ਹੋਇਆ। ਇਹ ਪੰਜ ਕਲੇਸ਼ ਬੰਦੇ ਨੇ, ਕੋਈ ਕਲੇਸ਼ ਨਹੀਂ ਮੰਨ ਲੱਗੂਗਾ ਸਤਿਗੁਰੂ ਜੀ। ਸੋ ਸਾਤ ਪਾਈ ਗੁਰੂ ਗੋਬਿੰਦ ਪੂਰੇ ਸੁਖ ਉਪਜੇ ਬਾਜੀ ਅਨਹਦ ਪੂਰੇ, ਸ਼ਾਂਤੀ ਅਵਸਥਾ ਬਖਸ਼ਿਸ਼ ਕਰ ਦੇਣਗੇ। ਭਾਈ ਪਾਰੋ ਜੀ ਜਦ ਇਸ ਤਰ੍ਹਾਂ ਬੇਨਤੀ ਕੀਤੀ, ਮਹਾਰਾਜ ਜੀ ਫਿਰ ਇਸ ਤਰ੍ਹਾਂ ਕਰਦਾ ਕਿ ਮੈਂ ਸਰੀਰ ਛੱਡ ਦਿੱਤਾ, ਇਹਦੇ ਚ ਬਹਿ ਕੇ ਮੈਂ ਦੁਨੀਆ ਤਾਰਦਾ। ਮੈਂ ਸਤਿਗੁਰੂ ਨਹੀਂ ਬਣਨਾ ਚਾਹੁੰਦਾ, ਨਾ ਮੇਰੇ ਵਿੱਚ ਯੋਗਤਾ ਹੈ। ਫਿਰ ਮਹਾਰਾਜ ਕਹਿੰਦੇ ਵੀ ਤੂੰ ਸਰੀਰ ਛੱਡ ਦੇ, ਆਪਾਂ ਦੋਵੇਂ ਗੁਰੂ ਰਾਮਦਾਸ ਦੇ ਹਿਰਦੇ ਵਿੱਚ ਬਹਿ ਕੇ ਦੁਨੀਆ ਤਾਰਦੇ, ਕਿਉਂਕਿ ਹੁਣ ਮੈਂ ਤੈਨੂੰ ਆਪਣੇ ਆਪ ਵੱਖ ਨਹੀਂ ਵੇਖਣਾ ਚਾਹੁੰਦਾ। ਸੋ ਭਾਈ ਪਾਰੋ ਜੀ ਨੇ ਗੁਰੂ ਸਾਹਿਬ ਦਾ ਬਚਨ ਮੰਨਿਆ। ਆਪਦੇ ਪਿੰਡ ਡੱਲੇ ਨਗਰ ਆ ਕੇ ਜਿਹੜੀ ਮਾਤਾ ਦਮੋਦਰੀ ਗੁਰੂ ਸਾਹਿਬ ਨਾਲ ਵਿਆਹੀ ਸੀ, ਜਦੋਂ ਉਹ ਚੰਦੂ ਦੀ ਲੜਕੀ ਸਦਾ ਕੌਰ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜਿਆ, ਦਿੱਲੀ ਦੀ ਸੰਗਤ ਦੀ ਬੇਨਤੀ ਬਣ ਗਿਆ, ਤੇ ਉਦੋਂ ਭਾਈ ਨਰੈਣ ਦਾਸ ਭਾਈ ਪਾਰੋ ਦਾ ਲੜਕਾ ਸੀ, ਇਹ ਉੱਠ ਕੇ ਖੜਾ ਹੋਇਆ ਵੀ ਮੇਰੀ ਧੀ ਦਮੋਦਰੀ ਇਹ ਵਿਆਹਣ ਵਾਲੀ ਆ, ਮਹਾਰਾਜੇ ਦਾ ਰਿਸ਼ਤਾ ਕਰ ਦਿਓ ਜੀ, ਮੈਂ ਤਿਆਰ ਹਾਂ। ਮਹਾਰਾਜ ਸੰਗਤ ਦਾ ਸਾਰਾ ਸਮਾਨ ਤੇ ਉਹੀ ਅਰਦਾਸ ਕਰ ਦਿੱਤੀ ਮਾਤਾ ਦਮੋਦਰੀ ਜੀ। ਆਖਿਆ ਵੀ ਤੇਰੀਆਂ ਕੁਲਾਂ ਕਰ ਗਈਆਂ, ਉਹ ਸੰਗਤ ਦਾ ਸਮਾਂ ਵਿਅਰਥ ਨਹੀਂ ਜਾਣ ਦਿੰਦਾ, ਮੌਕਾ ਸਮਝਿਆ। ਉਹ ਜਿਹੜੀ ਮਾਤਾ ਦਮੋਦਰੀ ਸੀ ਭਾਈ ਪਾਰੋ ਦੀ ਪੋਤਰੀ ਸੀ, तो भाई पारो जी ने गद्दे पिंड आके आपदा सारा साजो समान दान कर दिता गरीबां नूं, जो माया ते दर्शन करता। एक घोड़ी गुरु अमरदास जी ने गोरवाल साहब सिमरत भेजती, आपके स्नान करके जल्दी से बढ़ के शरीर त्याग के जो जल में जलाए घटाना, जो ज्योति संजोत समाना बढ़ के गाँव पाए विश्राम सूरज किरण गले जल का जल पूरा नाम ज्योति ज्योत रली संपूर्ण दिया राम के वचन पूरा अमरदास महाराज का भेद हो गए। इसलिए पंजे पातशाह श्री गुरु अर्जन देव महाराज जी ने जिन्हें भाई पारो जी ने ये गुरु अमरदास साहब ने कृपा की, तो साढ़े जी भी कृपा करो। ये महाराज जी लाख जिहवा देव मेरे प्यारे, अखा जबाना मुंह दे विच नहीं है, मुंह च करके जबान शरीर दे जिन्ने रूप दे इन्नियां जबाना बन जांदियां। गज जप सतनाम झरना झरदा हिजरो गुरमुख बाणी अकड़ कढ़ाई। आपा पुराना समा सीगा, वो बोर करके हैंड पंप लाते, अद्धी हिला के पानी निकलता, तो पहला खूह सीगे, फिर हैंड पंप आए,
ਤੇ ਉਹਦੇ ਤੋਂ ਬਾਅਦ ਆ ਫਿਰ ਮੋਟੀਆਂ ਮੋਟੀਆਂ ਮੋਟਰਾਂ ਟਿਊਬ ਵੈਲ ਆਏ, ਉਹ ਮੋਟਰਾਂ ਵੀ ਜਵਾਬ ਦੇ ਗਈਆਂ, ਪਾਣੀ ਥੱਲੇ ਲੈ ਜਾ। ਫਿਰ ਮੱਛੀ ਮੋਟਰ ਆਈ ਤੇ ਸਮਾਂ ਐਡਵਾਂਸ ਅੱਗੇ ਦੀ ਅੱਗੇ ਤੁਰਿਆ ਜਾ ਰਿਹਾ। ਕਹਿਣ ਦਾ ਭਾਵ ਇਹ ਹੈ ਕਿ ਬੜਾ ਯਤਨ ਕਰਕੇ, ਬੜੇ ਪੈਸੇ ਖਰਚ ਕੇ, ਲੱਖਾਂ ਰੁਪਏ ਇਹ ਧਰਤੀ ਵਿੱਚੋਂ ਪਾਣੀ ਕੱਢਣਾ ਪੈਂਦਾ ਹੈ। ਫਿਰ ਉਹ ਸੋਚ ਲੱਭੇ ਤੋਂ ਆਪਣੇ ਆਪ ਹੀ ਪਾਣੀ ਪ੍ਰਾਪਤ ਹੁੰਦਾ ਹੈ। ਤੂੰ ਇੰਝ ਇਹ ਤਾਂ ਪਾਣੀ ਮੁੱਲ ਦਾ ਹੋ ਗਿਆ। ਜਦ ਹੇਮਕੁੰਟ ਸਾਹਿਬ ਤੋਂ ਜਾਈਏ, ਜੇ ਚੰਡੀਗੜ੍ਹ ਵੀ ਜਾਣਾ ਹੋਵੇ ਤਾਂ ਵੀ ਬਹੁਤ ਪਾਣੀ ਘੱਟ ਕਰਕੇ ਜਾਣਾ ਪੈਂਦਾ। ਤੇ ਪਰ ਜੇ ਮਹਾਰਾਜ ਦੇ ਸਥਾਨ ਹੇਮਕੁੰਟ ਸਾਹਿਬ ਤੋਂ ਕਿੰਨਾ ਉੱਚਾ, ਉੱਥੇ ਬੋਤਲ ਦੀ ਲੋੜ ਹੀ ਨਹੀਂ। ਜਿੱਥੇ ਪਿਆਸ ਲੱਗਦੀ, ਮੈਂ 2 ਵਾਰੀ ਗਿਆ ਤੇ ਉੱਥੇ ਹੀ ਪਾਣੀ, ਪਰ ਇੰਨਾ ਨਿਰਮਲ ਤੇ ਇੰਨਾ ਸਵੱਛ, ਬੰਦਾ ਹੈਰਾਨ ਹੋ ਜਾਂਦਾ ਕਿ ਧਰਤੀ ਤੋਂ ਕਿੰਨੀ ਉੱਚੀ ਪਹਾੜੀ ਹੈ। ਇਹਦੇ ਕੋਲ ਝਰਨੇ ਝਰਨੇ ਨੇ, ਔਂਕ ਵੀ ਸਾਰਾ ਪਹਾੜੀ ਇਲਾਕਾ। ਉੱਥੇ ਵੀ ਵੇਖਿਆ ਜਿੱਥੇ ਪਿਆਸ ਲੱਗਣੀ, ਉੱਥੇ ਹੀ ਪਹਾੜੀ ਤੋਂ ਪਾਣੀ ਨਿਕਲਦਾ ਹੋਣਾ। ਤੇ ਇੰਨਾ ਨਿਰਮਲ ਤੇ ਇੰਨਾ ਸਵਾਦਿਸ਼ਟ ਜਿਹੜਾ ਰੱਬ ਨੇ ਦਿੱਤਾ ਹੋਇਆ, ਜਿਹੜਾ ਆਪ ਦਾ ਕੱਢਿਆ, ਉਹ ਕਦੀ ਸ਼ੁਗਰ ਆ ਗਿਆ, ਕਦੀ ਮਿੱਟੀ ਆ ਗਈ, ਕਦੀ ਰੇਤ ਆ ਗਈ, ਕਦੀ ਬਿਜਲੀ ਨਹੀਂ ਹੈ, ਕਦੀ ਕੁਛ ਕਦੀ ਕੁਛ, ਕਦੀ ਬੋਰੀ ਬਹਿ ਗਿਆ, ਕਦੀ ਮੋਟਰ ਖਰਾਬ ਹੋ ਗਈ। ਪਰ ਜਿਹੜਾ ਰੱਬ ਦਾ ਦਿੱਤਾ ਹੋਇਆ ਝਰਨਾ ਹੈ, ਉਹਦੇ ਚੋਂ ਪਾਣੀ ਬਿਨਾਂ ਪੈਸੇ ਤੋਂ ਤੁਸੀਂ ਕੱਢ ਸਕਦੇ ਹੋ। ਜੇ ਤੁਸੀਂ ਝਰਨੇ ਦੇ ਦਰਸ਼ਨ ਕਰਨੇ ਹੋਣ, ਇਹ ਅਨੰਦਪੁਰ ਸਾਹਿਬ ਜਾਓ, ਜਿੱਥੇ ਪੰਜ ਪਿਆਰਾ ਪਾਰਕ ਉਹਦੇ ਬਿਲਕੁਲ ਸਾਹਮਣੇ ਦਮਦਮੇ ਟਕਸਾਲ ਦਾ ਸਥਾਨ ਹੈ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਨੰਦਪੁਰ ਸਾਹਿਬ। ਇੰਨਾ ਠੰਡਾ ਸੀਤਲ ਨਿਰਮਲ ਜਲ ਦਾ ਉੱਥੇ ਝਰਨਾ ਹੁੰਦਾ, ਉਹ ਪਤਾ ਨਹੀਂ ਕਿੱਥੋਂ ਹੁੰਦਾ। ਅਥਾਹ ਪਾਣੀ, ਕੋਈ ਘਾਟ ਨਹੀਂ। ਤੇ ਜੇ ਤੁਸੀਂ ਜਾਓ ਗੁਰਦੁਆਰਾ ਤਾਰਾਗੜ੍ਹ ਸਾਹਿਬ, ਜਿੱਥੇ ਕਿਲ੍ਹਾ ਹੈ, 4 ਕਿਲ੍ਹੇ ਦਾ ਸੰਗਤਾਂ ਨੇ ਦਰਸ਼ਨ ਕੀਤੇ ਨੇ। ਜਿਹੜਾ 5ਵਾਂ ਕਿਲ੍ਹਾ ਤਾਰਾਗੜ੍ਹ, ਉਹਦੇ 500 ਗਜ ਯਾਨੀ ਜਿੰਦਾ ਸੀ ਗੁਰੂ ਗੋਬਿੰਦ ਸਿੰਘ ਵੇਲੇ, ਉਹ 5 ਕਿਲੋਮੀਟਰ ਪਾਸੇ ਦੀ ਅਨੰਦਪੁਰ ਸਾਹਿਬ। ਉੱਥੇ ਭਾਈ ਘਨਈਏ ਜੀ ਦੀ ਬੋਲੀ ਸਾਹਿਬ ਹੈ। ਪਹਿਲਾਂ ਤਾਂ ਝੁੱਗੀਆਂ ਝੋਂਪੜੀਆਂ ਚ ਹੁੰਦੇ, ਉਹ ਬੋਲੀ ਇਸ ਤਰ੍ਹਾਂ ਦੀ ਹੈ, ਖੂਹ ਤੋਂ ਤਾਂ ਡਰ ਲੱਗਦਾ। ਤੇ ਉਹ ਬੋਲੀ ਵਿੱਚ ਬੱਚਾ ਜਿਹਾ ਹੈ, ਛੋਟਾ ਜਿਹਾ, ਪਰ ਪਾਣੀ ਉਹਦੇ ਚੋਂ ਮੁੱਕਦਾ। ਕੋਈ ਖੂਹ ਨਹੀਂ ਹੈ, ਕੋਈ ਡੂੰਘਾ ਨਹੀਂ, ਛੋਟਾ ਜਿਹਾ ਬੱਚਾ, ਪਤਾ ਨਹੀਂ ਪਾਣੀ ਹੋ ਰਿਹਾ। ਕਹਿੰਦੇ ਭਾਈ ਘਨਈਆ ਜੀ ਉੱਥੋਂ ਮਸ਼ਕ ਭਰ ਕੇ ਜੰਗ ਦੇ ਦਿਨਾਂ ਦੇ ਵਿੱਚ ਮੁਸਲਮਾਨਾਂ ਨੂੰ, ਜਗਤੀਆਂ ਨੂੰ ਪਾਣੀ ਪਿਆਉਂਦੇ ਰਹੇ। ਗੁਰੂ ਗੋਬਿੰਦ ਸਿੰਘ ਦੀ ਕਿਰਪਾ ਕੀਤੀ। ਉੱਥੇ ਹੁਣ ਇੰਗਲੈਂਡ ਵਾਲੇ ਗੁਰਮੁਖਾਂ ਨੇ ਗੁਰਦੁਆਰਾ ਸਾਹਿਬ ਬਣਾਤਾ ਤੇ ਨਦੀ ਦੇ ਉੱਪਰ ਪੁਲ ਵੀ ਬਣਾ ਕੇ ਬੜਾ ਸੋਹਣਾ ਬੋਲੀ ਸਾਹਿਬ ਦੇ ਦਰਸ਼ਨ ਹੁੰਦੇ ਨੇ। ਇਹਦੇ ਤੁਹਾਡਾ ਟਾਈਮ ਲੱਗੇ ਤੇ ਸਪੈਸ਼ਲ ਜ਼ਿਲ੍ਹਾ ਤਾਰਾਗੜ੍ਹ ਜਾਇਓ ਤੇ ਉਹਦੇ ਨਾਲ ਭਾਈ ਘਨਈਏ ਦੀ ਬੋਲੀ ਦੇ ਦਰਸ਼ਨ ਜ਼ਰੂਰ ਕਰਕੇ ਆਇਓ। ਕੋਈ ਟੂਬੈਲ ਨਹੀਂ, ਕੋਈ ਬਿਜਲੀ ਨਹੀਂ, ਕੋਈ ਮੋਟਰ ਨਹੀਂ, ਕੋਈ ਖੂਹ ਨਹੀਂ, ਕੋਈ ਮਾਲ ਨਹੀਂ, ਕੋਈ ਰੱਸਾ ਨਹੀਂ, ਕੋਈ ਬਾਲਟੀ ਨਹੀਂ। ਮੁੱਖ ਭਰ ਜਾਓ, ਉੱਥੋਂ ਦੇ ਲੋਕ ਝੁੱਗੀਆਂ ਝੋਂਪੜੀਆਂ ਬੋਲੀ ਸਾਹਿਬ ਦੇ ਵਿੱਚੋਂ ਹੀ ਜਲ ਪ੍ਰਾਪਤ ਕਰਦੇ ਆ। ਸੋ ਇਸ ਵਾਸਤੇ ਭਾਈ ਗੁਰਦਾਸ ਜੀ ਨੇ ਲਿਖਿਆ, ਇਹ ਝਰਨੇ ਵਿੱਚੋਂ ਜਿਵੇਂ ਪਾਣੀ ਆਪਣੇ ਆਪ ਨਿਕਲਦਾ, ਝਰਨਾ ਚੱਲਦਾ ਨਿਜਰੋ, ਗੁਰਮੁਖ ਪਾਣੀ ਅਗੜ ਗੁਰਮੁਖਾਂ ਦੇ ਰੋਮ ਦੇ ਵਿੱਚੋਂ ਪਾਣੀ ਦੀ ਤਰ੍ਹਾਂ ਪਾਣੀ ਦਾ ਪ੍ਰਵਾਹ ਚੱਲਦਾ, ਵਾਹਿਗੁਰੂ ਨਾਮ ਦਾ ਅਭਿਆਸ ਚੱਲਦਾ। ਜਿੰਨੇ ਰੋਮ ਨੇ ਉਨੀਆਂ ਹੀ ਜਵਾਨਾਂ ਬਣ ਜਾਂਦੀਆਂ ਨੇ। ਜਿਵੇਂ ਭਾਈ ਮਤੀ ਦਾਸ ਦੇ 2 ਟੋਟੀਆਂ ਦੇ ਵਿੱਚੋਂ 2 ਆਵਾਜ਼ਾਂ ਜਪਜੀ ਸਾਹਿਬ ਦੀਆਂ ਆਉਂਦੀਆਂ ਰਹੀਆਂ। 5 ਪ੍ਰਮਾਣ ਤੱਕ 2 ਫਾੜ ਹੋ ਗਏ। ਉਹਦੇ ਤੋਂ ਬਾਅਦ ਜਿਸ ਤਰ੍ਹਾਂ 2 ਪਾਰਟੀਸ਼ਨ ਮਿਲ ਕੇ ਭੋਗ ਪਾਉਂਦੇ, ਇਸ ਤਰ੍ਹਾਂ ਭਾਈ ਸਾਹਿਬ ਨੇ 2 ਆਵਾਜ਼ਾਂ ਜਪਜੀ ਸਾਹਿਬ ਸੰਬੋਧਨ ਕੀਤਾ। ਭਾਈ ਮਣੀ ਸਿੰਘ ਦਾ ਬੰਦ ਕੱਟਿਆ ਗਿਆ ਤੇ ਜਿੰਨੇ ਬੰਦ ਸੀਗੇ ਉਹਦੀਆਂ ਜ਼ਬਾਨਾਂ ਬਣ ਗਈਆਂ। ਉਹਨੇ ਸੁਖਮਨੀ ਸਾਹਿਬ ਦੇ ਆਵਾਜ਼ਾਂ ਆਉਣ ਲੱਗ ਪਈਆਂ। ਜਿਸ ਤਰ੍ਹਾਂ ਬੀਬੀਆਂ ਭੈਣਾਂ ਸਿੰਘ ਮਿਲ ਕੇ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਕਰਦੇ, ਨਾਲ ਬ੍ਰਹਮ ਗਿਆਨੀ ਸਤਿਗੁਰ ਦਾ ਧਨੀ। ਇਹ ਪੰਕਤੀ ਦੇ
ਬੰਦ ਕੱਢੇ ਗਏ। ਬਾਕੀ ਸਾਰਾ ਟੋਕਰੇ ਦੇ ਵਿੱਚੋਂ ਸੁਖਮਨੀ ਸਾਹਿਬ ਸੁਣਦਾ ਰਿਹਾ। ਇਹ ਵਾਹਿਗੁਰੂ ਜੀ ਆਪ ਜੀ ਐਸੀ ਕਿਰਪਾ ਕਰੋ, ਐਸੀ ਬ੍ਰਹਮ ਗਿਆਨੀ ਕਹਿੰਦੇ ਚਰਨਾਂ ਦੀ ਧੂੜੀ ਬਖਸ਼ ਦਿਓ ਜੀ, ਜਿਹੜੇ ਆਪਣਾ ਸਵਾਸ ਸਵਾਸ ਨਾਮ ਜਪਦੇ ਨੇ। ਨਾਥ ਜਿਹਵਾ ਜਿਹੂ ਮੇਰੇ ਪਿਆਰੇ, ਇਹ ਪਿਆਰ ਦੀ ਖੇਡ ਹੈ। ਇਹ ਪਿਆਰੇ ਜੀ ਵਾਹਿਗੁਰੂ ਲੱਖਾਂ ਜ਼ਬਾਨਾਂ ਮੈਨੂੰ ਦੇ ਦੇ, ਮੇਰੇ ਜਿੰਨੇ ਰੋਮ ਨੇ ਉਹਨਾਂ ਦੇ ਵਿੱਚੋਂ ਸੋ ਵਾਹਿਗੁਰੂ ਨਾਮ ਦਾ ਜੋ ਸ਼ਬਦ ਹੈ ਇਹ ਤੁਸੀਂ ਪ੍ਰਗਟ ਕਰਦੇ ਆ। ਤੁਹਾਨੂੰ ਮੈਂ ਧਿਆਨ ਮੈਂ ਜਾਂਦੇ ਆ ਗੁਰਮੁਖ ਕਥ ਕਹਾਣੀ। ਮੁਖ ਹਾਰਿਆ ਰਾਤੇ ਮੇਰਾ ਰਾਮ, ਜਿੰਨੇ ਰੂਪ ਨੇ ਉਹਦੇ ਮੂੰਹ ਬਣਾ ਦੇ, ਮੈਂ ਹਰੇਕ ਮੂੰਹ ਦੇ ਨਾਲ ਹੀ ਵਾਹਿਗੁਰੂ ਤੇਰੇ ਨਾਮ ਦਾ ਰਾਜ ਰੱਖਣਾ, ਕਿਉਂਕਿ ਰਮੇ ਪਰਮੇਸ਼ਰ ਤੂੰ ਹੀ ਮੇਰਾ ਪਿਆਰਾ ਹੈ। ਹਾਰਿਆ ਰਾਤੇ ਜਪ ਪੰਥ ਸਾਧੇ, ਹਰੀ ਪਰਮੇਸ਼ਰ ਹੈ, ਤੇਰੇ ਨਾਮ ਨੂੰ ਆਰਾਧਨਾ ਕਰਕੇ ਯਮਰਾਜ ਵਾਲਾ ਰਸਤਾ ਸਾਧਿਆ ਜਾਂਦਾ, ਭਾਵ ਜਿੱਤ ਲਿਆ ਜਾਂਦਾ। ਦੁੱਖ ਨਾ ਵਿਆਪੈ ਕੋਈ, ਇਹ ਨਾਲ ਹੀ ਕੋਈ ਗਲਤ ਨਰਕਾਲ ਦਾ ਦੁੱਖ ਲੱਗਦਾ ਹੈ। ਜਲ ਤਲ ਮਈਲ ਪੂਰਨ ਸੁਆਮੀ, ਇਹ ਵਾਲ ਪਰਮੇਸ਼ਰ ਹੈ, ਤੂੰ ਪਾਣੀ ਵਾਲੀਆਂ ਥਾਵਾਂ ਪੁਸ਼ਟ ਥਾਵਾਂ ਦੇ ਵਿੱਚ ਜਾਂ ਮਹੀ ਪ੍ਰਿਥਵੀ ਤੇ ਆਕਾਸ਼ ਆਦਿ ਥਾਵਾਂ ਵਿੱਚ ਪਰਿਪੂਰਨ ਵਿਆਪਕ ਹੈ। ਜਤ ਦੇਖਾਂ ਤਤ ਸੋਈ, ਮੈਂ ਹੁਣ ਜਿੱਥੇ ਵੀ ਵੇਖਦਾ ਉੱਥੇ ਉਹੀ ਤੇਰਾ ਰੂਪ ਦ੍ਰਿਸ਼ਟੀ ਵਿੱਚ ਆਉਂਦਾ ਹੈ। ਪਰਮ ਮੋਹ ਬਿਕਾਰਨ ਤੇ, ਸੋ ਭਰਮ ਪੰਜ ਪ੍ਰਕਾਰ ਦਾ, ਇਹ ਸਰੀਰਾਂ ਦਾ ਮੋਹ, ਐਵੇਂ ਕਿਸੇ ਦੇ ਮਗਰ ਮਗਰ ਤੁਰੇ ਕਰਨਾ, ਪੜਦੇ ਚਪੇੜਾ ਖਾ ਗਿਆ ਠੰਡੇ ਹੋ ਕੇ ਬਹਿ ਜਾਣਾ, ਮਾਫ ਕਰਨਾ। ਦੁਨੀਆ ਦੇ ਵਿੱਚ 100 ਦੇ ਵਿੱਚੋਂ 90 ਲੜਾਈਆਂ ਫਜ਼ੂਲ ਦਾ ਮੋਹ ਕਰਨ ਦੇ ਨਾਲ ਹੁੰਦੀਆਂ ਨੇ, ਕਿਸੇ ਦੇ ਮਗਰ ਲੱਗਣ ਦੇ ਨਾਲ, ਫਜ਼ੂਲ ਦੀਆਂ ਬਾਤਾਂ ਮਾਰਨ ਦੇ ਨਾਲ। ਇਹ ਮੋਹ ਨਾਲ ਜੇ ਬੰਦਾ ਤਿਆਗ ਕਰ ਦੇਵੇ, ਇਹਦੇ ਤੋਂ ਬਚ ਜਾਏ ਤੇ ਬੰਦਾ ਭਗਵਾਨ ਬਣ ਜਾਏ। ਸੋ ਇਸ ਵਾਸਤੇ ਜਿਹਦੇ ਨਾਲ ਤਾਂ ਸਾਡਾ ਵੈਰ ਹੈ ਬਣੀ ਨਹੀਂ, ਉਹਦੇ ਪਿੱਛੇ ਤਾਂ ਆਪਾਂ ਹੱਥ ਹੋ ਕੇ ਉਹਨੂੰ ਖਤਮ ਹੀ ਕਰ ਦਈਏ, ਤੇ ਜਿਹਦੇ ਨਾਲ ਬਣ ਗਈ ਉਹਦੇ ਨਾਲ ਮੋਹ ਪਾ ਲੈਣਾ। ਇਹ ਦੋਵੇਂ ਵੈਰ ਵੀ ਤੇ ਮੋਹ ਵੀ, ਇਹ ਦੋਵੇਂ ਔਗਣ ਹਨ। ਤੇ ਉਹਨਾਂ ਨੇ ਮੋਹ ਨੂੰ ਜਿੱਤ ਲਿਆ ਹੈ, ਤੇ ਜਿਹੜੇ ਵਿਕਾਰ ਹਨ ਆਮ ਆਦਿਕ ਉਹ ਵੀ ਨੱਠ ਗਏ ਨੇ। ਆਪਾ ਦੇ ਲਹੂ ਤੇ ਨੀਰਾ, ਇਹ ਪਰਮੇਸ਼ਰ ਹੈ, ਜਦ ਗੁਰੂ ਉਪਦੇਸ਼ ਦੀ ਕਮਾਈ ਨਾਮ ਦੀ ਕਮਾਈ ਕੀਤੀ ਤਾਂ ਆਪ ਜੀ ਨੂੰ ਨਿਸ਼ਚੈ ਕਰਕੇ ਨੇੜੇ ਤੋਂ ਵੀ ਨੇੜੇ ਵੇਖਿਆ, ਨਿਸ਼ਚੈ ਕਰਕੇ ਵੇਖਿਆ, ਤੇ ਇਸ ਵਕਤ ਹਾਜ਼ਰ ਨਾਜ਼ਰ ਦੇਖਿਆ ਤਾਂ ਫਿਰ ਆਪੇ ਹੀ ਤੁਹਾਨੂੰ ਪੰਜ ਪ੍ਰਕਾਰ ਦਾ ਆਪੇ ਹੀ ਮੋਹ ਤੇ ਵਿਕਾਰ ਆਦਿ ਨਸ ਗਏ। ਮਤਲਬ ਜਦ ਅਸੀਂ ਰੱਬ ਨੂੰ ਭੁੱਲ ਜਾਂਦੇ ਆ ਤਾਂ ਔਕੜਾਂ ਤੇ ਵਿਕਾਰਾਂ ਖੱਟਣ ਹੁੰਦੇ ਆ। ਜੇ ਪਤਾ ਵੀ ਮੇਰਾ ਪਿਓ ਵੇਚ ਗਿਆ, ਫਿਰ ਬੱਚਾ ਕਦੀ ਵੀ ਗਲਤੀ ਨਹੀਂ ਕਰੂਗਾ। ਜੇ ਪਤਾ ਵੀ ਸਾਡਾ ਗੁਰੂ ਸਾਹਿਬ ਸਾਡੇ ਸਿਰ ਤੇ ਹੈ, ਇਹ ਵੇਖੋ ਭਾਈ ਜੋਗਾ ਸਾਹਿਬ ਨੂੰ ਮਹਾਰਾਜ ਨੇ ਦਬਕਾ ਮਾਰਿਆ, ਆਖਿਆ ਵੀ ਮੂੰਹ ਆਪਣਾ ਵੇਖਿਆ ਹੀ, ਮੂੰਹ ਵੇਖ ਜਾ ਕੇ ਪਾਣੀ ਤੇ ਟਾਈਮ ਵੇਖ ਕੀ ਹੋਇਆ। ਅੰਮ੍ਰਿਤ ਵੇਲਾ 9:30 ਵਜੇ ਆਈ ਵਿਚਾਰ, ਤੇਰੇ ਮੂੰਹ ਤੇ ਸੋਹਣਾ ਦਾੜਾ, ਤੂੰ ਗੁਰੂ ਕਲਗੀਆਂ ਵਾਲੇ ਅਨੰਦਪੁਰ ਵਾਲੇ ਗੁਰੂ ਦਾ ਸਿੱਖ ਜਾਪਦਾ, ਤੇ ਅੰਮ੍ਰਿਤ ਵੇਲੇ 3 ਵਜੇ ਘਰ ਤੋਂ ਕੇ ਮੁੰਡਾ ਪਾਣੀ ਪੜੇ ਤੂੰ ਜਾ ਸਕਦਾ ਨਾ ਬੱਚਾ ਵੇਖੇ ਉਹਨੂੰ ਘਰ ਆਕੇ ਨਹੀਂ ਸਕਦਾ। ਮੈਂ ਰਾਤ ਦਾ ਤੈਨੂੰ ਖਬਰਿਆਂ ਵੀ ਨਹੀਂ ਜਾ ਸਕਦਾ, ਨਹੀਂ ਜਾ ਸਕਦਾ, ਇਹ ਤੇਰੀ ਜਗ੍ਹਾ ਨਹੀਂ ਹੈ, ਉੱਥੇ ਕੋਈ ਗਿਆ ਹੋਇਆ ਦੌੜ ਜਾ ਤੂੰ। उस वेले घबरा के करदा महाराज भजया। तो ऐसे महाराज सच्चे पातशाह जी ने जो हमेशा जिहड़ा प्यार प्यार सिंह है ਉਹਦਾ ਚਪੇੜਾ ਮਾਰ ਕੇ ਕੰਨ ਤੇ ਇੱਕ ਸੁਣ ਮਾਰ ਕੇ ਉਹਨੂੰ ਸਮਝਾਉਂਦੇ ਨੇ, ਤੇ ਜਿਹੜਾ ਬੇੜਾ ਬਣਾਉਣਾ ਹੋਵੇ ਉਹਦੇ ਵੱਲ ਵੇਖਦੇ ਵੀ ਨਹੀਂ, ਜਿਹੜਾ ਡੇਰਾ ਰਹੇ। ਸਾਨੂੰ ਵੀ ਜਦ ਅੱਗੇ ਨਹੀਂ ਪਤਾ ਲੱਗਦਾ ਇਹ ਮਹਾਰਾਜ ਗੁੱਸੇ ਵੀ ਹੋਏ,
ਨਾਰਾਜ਼ ਵੀ ਹੋ ਜਾਂਦੇ। ਦਰਸ਼ਕ ਪਿਆ ਦੋ ਭੋਗੇ ਜਾਂ ਭੋਗੇ ਪਿਆ, ਨਹੀਂ ਕਿਸੇ ਦੀ ਪਰਵਾਹ, ਨਹੀਂ ਕਰਨੀ ਤਾਂ ਨਹੀਂ ਕਰਨੀ, ਜੇ ਕਰਨੀ ਆ ਤਾਂ ਫਿਰ ਮਰਦਾਨਾ ਸਾਹਿਬ ਭਾਈ ਸਾਹਿਬ ਦੇਖੋ ਕਿੰਨੀ ਵਾਰੀ ਮਹਾਰਾਜ ਦੇ ਨਾਲ ਨਾਰਾਜ਼ ਹੋਇਆ, ਪਰ ਸਹਿਬ ਸੱਚੇ ਪਾਤਸ਼ਾਹ ਨੇ ਖੜਾ ਨਹੀਂ ਛੱਡਿਆ। ਆਖਿਆ ਵੀ ਹਾਲ ਲਈ ਦੀ ਰਾਜ ਹੈ, ਇਹ ਤਾਂ ਆਪਣਾ ਹੀ ਮਸਲਾ ਹੈ, ਜਿਹਨੂੰ ਆਪਣਾ ਬਣਾ ਲੈਣ, ਆਪਣਾ ਗੁਰੂ ਤੇ ਆਏ ਬਿਲਕੁਲ ਸਰ ਛੇਤੀ ਕਰ ਆਏ। ਹਜ਼ੂਰ ਸਾਹਿਬ ਦੀ ਗੱਲ ਹੈ, ਜਦੋਂ ਕਿਸੇ ਨੇ ਦੱਸਿਆ ਤੇ ਉਹਨੇ ਬਚਨ ਸੁਣਾਇਆ, ਕਹਿੰਦਾ ਵੀ ਇਹੋ ਜਿਹਾ ਦਬਕਾ ਵੱਜਿਆ, ਮਨ ਕਹਿੰਦੇ ਭਰ ਗਿਆ ਤੇ ਇਹੋ ਜਿਹੀ ਆਵਾਜ਼ ਆਈ, ਉਹ ਜਿਉਂ ਘਬਰਾਇਆ ਲੰਗਰ ਸਾਹਿਬ ਤੱਕ ਪਿੱਛਾ ਘੁੰਮ ਨਹੀਂ ਗਿਆ, ਕਹਿੰਦਾ ਮੁੜ ਕੇ ਨਹੀਂ ਮੈਂ ਮਨ ਦੇ ਵਿੱਚ ਇਸ ਤਰ੍ਹਾਂ ਕੁਛ ਸੋਚਿਆ। ਇਸ ਵਾਸਤੇ ਇਹ ਸਹਿਬ ਸੱਚੇ ਪਾਤਸ਼ਾਹ ਹਮੇਸ਼ਾ ਹਾਜ਼ਰ ਨਾਜ਼ਰ ਨੇ, ਸਦ ਹਜ਼ੂਰ ਹਾਜ਼ਰ ਹੈ ਹਾਜ਼ਰ, ਕਦੇ ਨਾ ਭਇਓ ਦੁਰਾਈ। ਜਿੱਥੇ ਸਮਝ ਲਿਆ ਉਹਦੀ ਔਗਣ ਮਿਟ ਗਏ। ਨਾਨਕ ਕੋ ਪ੍ਰਭ ਕਿਰਪਾ ਕੀਜੈ। ਸਤਿਗੁਰੂ ਜੀ ਕਥਨ ਕਰਦੇ ਕਿ हे ਪਰਮੇਸ਼ਰ ਮੇਰੇ ਤੇ ਇਹੋ ਜਿਹੀ ਕਿਰਪਾ ਕਰ, ਮਿਹਰ ਕਰ। ਨੇਤਰ ਦੇਖੈ ਤਰਸ ਤੇਰਾ। ਇਹ ਵਾਹਿਗੁਰੂ ਮੈਂ ਪ੍ਰਤੱਖ ਨੇਤਰਾਂ ਦੇ ਨਾਲ ਜਾਂ ਮਰਮੁਖ ਨੇਤਰਾਂ ਨਾਲ ਚਾਰੋਂ ਤਰਫ ਤੇਰਾ ਹੀ ਦਰਸ਼ਨ ਵੇਖਣਾ ਕਰ। ਕੋਈ ਬੰਦਾ ਹੈ, ਕੋਈ ਜਨਾਨੀ ਹੈ, ਕੋਈ ਬੱਚਾ ਹੈ, ਕੋਈ ਬਜ਼ੁਰਗ ਹੈ, ਕੋਈ ਪਸ਼ੂ ਹੈ, ਕੋਈ ਪੰਛੀ ਹੈ, ਇਹ ਸਾਡੀ ਜਗ੍ਹਾ ਇਸ ਤਰ੍ਹਾਂ ਦੀ ਹੋਈ ਹੈ। ਪਰ ਜਿਹੜੇ ਗੁਰਮੁਖ ਨੇ ਉਹ ਸਾਰੇ ਆਤਮਾ ਦੇਖਦੇ ਨੇ, ਸਭ में जोत जोत है सोए। तो जेड़ा मर्जी शरीर है उन्हें तो रब देखता है। एवं कृपा कर दे जत देख तत सोई। ऊट करना तीजा तब प्रीतमा। ये मेरे प्यारे परमेश्वर मैनू करुणा ही कर दे। हर गुण सुनिया अवनासी राम। ये नाश तो रह करने परमेश्वर मैं थोड़े गुणा दे ताई सुनना करा। सुन सुनियो मन निर्मल होवे। क्योंकि पढ़िया बोलिया नहीं जाता ते बाकी सियाणे कहते ने भी जिन्ना सुनिए उनकी समझ ज्यादा आती है। आ जेडे आईलेट्स वाले ने बच्चे इन्हों लागे कुत्ते जे हेडफोन जे सुनाया जाता भी आवाज सुनने नाल समझ आती है पढ़न नाल घट आती है। तो जी गुरबाणी है ये कन्ना नहीं भी हिरदे च जाती है। जो कुछ आप सुनते हैं अखा नहीं भी जाती है, जो कुछ देखते हैं उसी तरह का मन साडा बनता है। ये फिल्म रंग तमाशे देखी जाओ तो रात में सुनने भी उस तरह से वही कुछ मन को मिल जाऊगा। ये संगत करोगे कथा कीर्तन महाराज की बाणी अखा नहीं दर्शन करना नहीं सुनोगे उतना का मन सच्चा सच्चा निर्मल बनूंगा। इसलिए महाराज को बेनती करिए ये दो कथा नहीं सकता करुणा ही कर दे दे ताकि असि आपकी कथा आपका कीर्तन आपकी बाणी का नित्यनेम सुनिए जी। सुन सुनियो मन निर्मल होवे। जिन्हें सुनोगे ਤੁਹਾਡਾ ਇਹ ਮਨ ਜਿਹੜਾ ਚਿੱਤ ਹੈ ਸ਼ੁੱਧ ਹੋਏਗਾ, ਪਾਪਾਂ ਦੀ ਮੈਲ ਤੋਂ ਰਹਿਤ ਹੋਏਗਾ। ਸੋ ਸਿਰ ਹਲਕਾ ਫੁੱਲ ਦੀ ਤਰ੍ਹਾਂ ਬਣ ਜਾਏਗਾ। ਸਿਰ ਦਰਦ ਤੇ ਇਹ ਜੇ ਮਹਾਰਾਜ ਦੀ ਬਾਣੀ ਦਾ ਜਪਜੀ ਸਾਹਿਬ ਦਾ ਪਾਠ ਕਰੀਏ ਅੱਜ ਮੈਂ ਰਾਮਦੇਵ ਜੀ ਕਰਦਾ ਕਪਾਲ ਭਾਤੀ ਆਸਣ ਸਿਰ ਠਾਂ ਦੇ ਲੱਤਾਂ ਕਈ ਗੁਰਮੁਖ ਜਪਜੀ ਸਾਹਿਬ ਸਿਰ ਤੇ ਪੜ੍ਹਦੇ ਨੇ। तो इस तरह ये महाराज की बाणी का असर है ये सिर हल्का हो जाता, सिर दर्द नहीं होता। काल की फांसी रामा। मन भी निर्मल हो जाता, काल की बाही भी कटी जाती है। जम फांस सिमर अवनासी। परमेश्वर तेरे गुणा सिमर के सुन के ही यमराज की बारी कटी दी
ਕਰੀਐ। ਸਗਲ ਮੰਗਲ ਸੁਗਿਆਨਾ ਅਤੇ ਸਾਰੀਆਂ ਦੁਨੀਆਂ ਇਹ ਸ੍ਰੇਸ਼ਟ ਗਿਆਨ ਅਪਰੋ ਗਿਆਨ ਪ੍ਰਾਪਤ ਹੁੰਦਾ ਹੈ। ਹਰ ਹਰ ਜਪ ਜਪੀਐ ਦਿਨ ਰਾਤੀ ਇਹ ਸਾਧਨ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਹੈ। ਜੇਕਰ ਦਿਨ ਰਾਤ ਤੇਰੇ ਅੰਮ੍ਰਿਤ ਨਾਮ ਦਾ ਜਾਪ ਜਪੀਏ ਜਾਂ ਤੇਰੇ ਨਾਮ ਦਾ ਜਾਪ ਕਰੀਏ ਲਾਗੈ ਸਹਿਜ ਤੇ ਅੰਨਾ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਚੜ ਜਾਂਦਾ ਤੇ ਸੁਤੇ ਸੇ ਤੇਰੇ ਸਰੂਪ ਵਿੱਚ ਧਿਆਨ ਲੱਗ ਜਾਂਦਾ। ਕਲ ਮਲ ਦੁਖ ਜਾਰੇ ਪ੍ਰਭੂ ਚਿਤਾਰੇ ਪਰਮੇਸ਼ਰ ਤੇਰੇ ਗੁਣਾਂ ਨੂੰ ਚੇਤੇ ਕਰਕੇ ਸਾਰੇ ਪਾਪ ਦੇ ਦੁੱਖ ਜਾਂ ਪਾਪਾਂ ਦੁਆਰਾ ਲੱਗੇ ਦੁੱਖ ਨਾਮ ਅਭਿਆਸ ਦੀ ਅਵਧੀ ਨਾਲ ਜਾਲ ਦਿੱਤੇ। ਮਨ ਕੀ ਦੁਰਮਤ ਨਾਸੀ ਔਰ ਮਨ ਦੀ ਖੋਟੀ ਮਤ ਵੀ ਨਸ਼ਟ ਹੋ ਗਈ ਹੈ। ਨਾਮ ਕਹੋ ਨਾਨਕ ਪ੍ਰਭ ਕਿਰਪਾ ਕੀਜੈ। ਸਤਿਗੁਰੂ ਜੀ ਮਦਦ ਕਰਦੇ ਨੇ ਕਿ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ। ਹਰ ਗੁਣ ਸੁਣੀਐ ਅਬਨਾਸੀ ਇਹ ਨਾਸ਼ ਤੋਂ ਰਹਿਤ ਹਰੀ ਪਰਮੇਸ਼ਰ ਅਸੀਂ ਹਰ ਵੇਲੇ ਤੁਹਾਡੇ ਗੁਣਾਂ ਨੂੰ ਹੀ ਸੁਣਦੇ ਰਹੀਏ। 48 ਸਿੰਘਾਂ ਨੇ ਕਥਾ ਸੁਣੀ ਦਮਦਮਾ ਸਾਹਿਬ ਕਲਗੀਧਰ ਦੀ ਰਸਨਾ ਤੋਂ ਤੇ ਉਹ ਜੀਵਨ ਮੁਕਤ ਹੋ ਗਏ। ਕਰੂੜ ਹਸਤ ਤੇਰੀ ਟਹਿਲ ਕਮਾਵਾਏ ਇਹਨਾਂ ਦੋ ਹੱਥਾਂ ਦੇ ਨਾਲ ਰੱਜ ਨਹੀਂ ਆਉਂਦਾ ਸਾਨੂੰ ਕਰੋੜਾ ਹੱਥ ਦੇ ਦੇ ਤਾਂ ਜੋ ਤੇਰੀ ਅਸੀਂ ਟਹਿਲ ਸੇਵਾ ਕਮਾਈਏ। ਚਰਨ ਚੱਲੈ ਪ੍ਰਭ ਮਾਰਗ ਰਾਮ ਇਹਨਾਂ ਦੋ ਪੈਰਾਂ ਦੇ ਨਾਲ ਮਹਾਰਾਜ ਦਾ ਆਨੰਦ ਨਹੀਂ ਸਾਨੂੰ ਕਰੋੜਾ ਹੀ ਪੈਰ ਦੇ ਦੇ ਤਾਂ ਜੋ ਦੇਵ ਪਰਮੇਸ਼ਰ ਤੇਰੀ ਪ੍ਰਾਪਤੀ ਵਾਲੀ ਸਤ ਸੰਗਤ ਜਾਂ ਭਗਤੀ ਸਾਹਿਬ ਗਿਆਨ ਰੂਪੀ ਰਸਤੇ ਤੇ ਜਾਂ ਹੇਮਕੁੰਟ ਸਾਹਿਬ ਹਜੂਰ ਸਾਹਿਬ ਆਦਿਕ ਤੇਰੀ ਯਾਤਰਾ ਕਰੀਏ। ਕਰਤਾਰਪੁਰ ਸਾਹਿਬ ਤੇਰੇ ਦਰਸ਼ਨ ਕਰਕੇ ਆਈਏ। ਅਸੀਂ ਹਮੇਸ਼ਾ ਤੇਰੇ ਰਸਤੇ ਤੇ ਚੱਲਦੇ ਰਹੀਏ। ਨਗਰ ਕੀਰਤਨ ਪ੍ਰਭਾਤ ਪਾਈਆਂ ਇਹਨਾਂ ਵਿੱਚ ਹਾਜ਼ਰੀ ਲਵਾਈਏ। ਵਸਾ ਕਰ ਨਾਮ ਹਰ ਸੇਵਾ ਜਿਹੜੀ ਭਗਤੀ ਰੂਪ ਸੇਵਾ ਜਾਂ ਪ੍ਰਤੱਖ ਸੇਵਾ ਹੈ ਇਹ ਸੰਸਾਰ ਸਮੁੰਦਰ ਤੋਂ ਤਾਰਨ ਲਈ ਜਿਹੜੀ ਦੀ ਤਰ੍ਹਾਂ ਹੈ। ਜੋ ਚੜ੍ਹੈ ਤਿਸ ਤਾਰਕ ਨਾਮ ਜਿਹੜਾ ਕੋਈ ਭਗਤੀ ਦੀ ਬੇੜੀ ਤੇ ਜਾਂ ਸੇਵਾ ਦੀ ਬੇੜੀ ਤੇ ਚੜ੍ਹਦਾ ਉਹਨੂੰ ਇਹ ਜਿਹੜੀ ਬੇੜੀ ਹੈ ਤਾਰ ਦਿੰਦੀ ਹੈ। ਸੇਵਾ ਤੇ ਸਿਮਰਨ ਦੋ ਧਾਰਨਾ ਨੇ ਜਿਹੜੀਆਂ ਸੱਚਖੰਡ ਪਹੁੰਚਾਉਂਦੀਆਂ ਨੇ। ਭਵ ਜਲ ਕਰਿਆ ਹਰ ਹਰ ਸਿਮਰਿਆ ਅਸੀਂ ਹੈਂਡੀਕੈਪਾਂ ਨੂੰ ਪੌੜੀਆਂ ਜਿਹੜੀਆਂ ਹੁੰਦੀਆਂ ਨੇ ਸੇਵਾ ਸਿਮਰਨ ਦੀਆਂ ਪੌੜੀਆਂ ਨਾਲ ਆਪਾਂ ਪਹੁੰਚ ਸਕਦੇ ਹਾਂ। ਤੋ ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਹਰੀ ਨਾਮ ਨੂੰ ਸਿਮਰਿਆ ਉਹ ਸੰਸਾਰ ਸਮੁੰਦਰ ਤੋਂ ਤਰ ਗਏ। ਸਾਰਾ ਮਨੋਰਥ ਪੂਰੇ ਉਹਨਾਂ ਦੇ ਸਾਰੇ ਮਨ ਦੇ ਮਨੋਰਥ ਵੀ ਪੂਰੇ ਹੋ ਗਏ। ਮਹਾ ਵਿਕਾਰ ਭਜੈ ਸੁਖ ਉਪਜੇ ਵੱਡੇ ਕਾਲ ਮਾਗਲ ਦੁੱਖ ਤੇ ਵਿਕਾਰ ਉਹਨਾਂ ਦੇ ਚਲੇ ਗਏ ਤੇ ਸਰੂਪ ਦੀ ਸਖਿਆਤਾ ਵਾਲੇ ਸੁਖ ਪੈਦਾ ਹੋ ਗਏ। ਬਾਜੇ ਅਨਹਦ ਪੂਰੇ ਉਹਨਾਂ ਦੇ ਹਿਰਦੇ ਚ ਹੱਥ ਤੋਂ ਰਹਿਤ ਇੱਕ ਰਸ ਅਨਹਦ ਨਾਮ ਦੇ ਵਾਜੇ ਵਜਾਏ। ਮਨ ਬਾਚਤ ਫਲ ਪਾਏ ਸਗਲੇ ਉਹਨਾਂ ਦੇ ਮਨ ਚ ਸਾਰੇ ਧਰਮ ਕਾਮੋਖ ਆਦਿ ਨੂੰ ਫਲ ਪਾ ਲਏ। ਕੁਦਰਤ ਕੀਮ ਅਪਾਰ ਇਸੇ ਤੇਰੀ ਹੀ ਪਰਮੇਸ਼ਰ ਹੈ ਤੁਹਾਡੀ ਸ਼ਕਤੀ ਦੀ ਕੀਮਤ ਪਾਰਾਵਾਰ ਤੋਂ ਰਹਿਤ ਬੇਅੰਤ ਹੈ। ਆਉ ਨਾਨਕ ਆਏ ਪ੍ਰਭ ਕਿਰਪਾ ਕੀਜੈ ਸਤਿਗੁਰੂ ਜੀ ਫਰਮਾਉਂਦੇ ਹੈ ਪਰਮੇਸ਼ਰ ਐਸੀ ਕਿਰਪਾ ਕਰ ਮਨ ਸਦਾ ਚਲੈ ਤੇਰਾ ਮਾਰਗ ਇਹ ਮਨ ਕਰਕੇ ਹਮੇਸ਼ਾ ਤੇਰੇ ਪ੍ਰਾਪਤੀ ਭਗਤੀ ਸਤ ਗਿਆਨ ਰੂਪੀ ਰਸਤੇ ਤੇ ਚੱਲਣਾ ਕਰੀਏ। ਇਹੋ ਆ ਰਹੇ ਹਾਂ ਵਡਿਆਈ ਬਾਬਾ ਜੀ ਸਾਨੂੰ ਵਰ ਦਿਓ। ਅਸੀਂ ਇਹੀ ਕਹਿੰਦੇ ਹਾਂ ਨਾ ਇਹੀ ਵਰ ਬਖਸ਼ਿਸ਼ ਹੈ ਗੁਰਦੁਆਰੇ ਦੀ ਇਹੀ ਵਡਿਆਈ ਮਹਿਮਾ ਹੈ। ਇਹੋ ਤਨ ਹੋ ਬੜ ਭਾਗਾ ਰਾਮ ਇਹੀ ਧਨ ਹੈ ਤੇ ਇਹੀ ਵੱਡਾ ਕਰਮ ਪ੍ਰਾਪਤ ਹੋਇਆ ਹੈ।
ਕੇ ਕੀਰਤਨ ਕਰਦੇ ਸੁਣਦੇ ਹਾਂ। ਇਹੋ ਰੰਗ ਕਾ ਇਹੋ ਰਸ ਭੋਗਾ, ਇਹੀ ਆਨੰਦ ਹੈ, ਇਹੀ ਭੋਗਾਂ ਦਾ ਰਸ ਹੈ। ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰੀ ਰੱਖੋ। ਹਰ ਚਰਣੀ ਮਨ ਲਾਗਾ ਰਾਮ, ਤੇਰੇ ਹਰੀਕ ਤੇਰੇ ਚਰਨ ਕਮਲਾਂ ਦੇ ਨਾਲ ਹੀ ਸਾਡਾ ਮਨ ਲੱਗਾ ਨੇ। ਇਹ ਬਖਸ਼ਿਸ਼ ਕਰੋ। ਇਸੇ ਪ੍ਰਕਾਰ ਇਹੋ ਬਾਰੇ ਹਾਂ ਵਡਿਆਈ, ਸਾਨੂੰ ਇਹੀ ਵਰਦਾਨ ਦਿਓ ਕਿ ਤੇਰਾ ਨਾਮ ਨਾ ਵਿਸਰੇ। ਇਹੀ ਵਡਿਆਈ ਦਿਓ ਕਿ ਹਮੇਸ਼ਾ ਭਗਤੀ ਕਰਦੇ ਰਹੀਏ। ਇਹ ਕਥਾ ਕੀਰਤਨ ਹੀ ਭਗਤੀ ਹੈ। ਇਹੋ ਧਨ ਹੋਆ ਵਡ ਭਾਗਾ ਰਾਮ, ਐਸਾ ਤਾਂ ਦੁਨੀਆ ਚ ਏਦਾਂ ਹੈ ਵੀ ਝਾੜੂ ਫੜੋ ਤੇ ਡਬਲ ਬੈੱਡ ਦੀ ਚਾਦਰ ਜਿੰਨਾ ਮਰਜੀ ਮੂੰਹ ਕੇ ਪੱਟਾ ਬਣਾ ਕੇ ਘਰ ਭੇਜੀ ਜਾਓ। ਕੀ ਫਾਇਦਾ? ਆਪਦਾ ਤਾਂ ਕੁਛ ਨਹੀਂ ਬਣਾਇਆ। ਮਨ ਦੀ ਸ਼ਾਂਤੀ ਤਾਂ ਆਈ ਨਹੀਂ। ਉਹ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਮਨ ਦਾ ਟਿਕਾਓ ਨਹੀਂ। ਇਸ ਵਾਸਤੇ ਇਹੋ ਜਿਹੀ ਮਾਇਆ, ਇਹੋ ਜਿਹਾ ਪੈਸਾ ਬਖਸ਼ੋ ਕਿ ਬੱਚੇ ਪਾਲਣ ਜਿਹਨਾਂ ਰੁੱਝੇ ਰਹੀਏ ਚਿੜੀਆਂ ਕਾਵਾਂ ਵਾਂਗ। ਸੰਗਤਾਂ ਦੇ ਚਰਨਾਂ ਦੀ ਧੂੜ ਬੜੀ ਹੈ ਤੇ ਕੁਝ ਲੋਕਾਂ ਦਾ ਵੀ ਸਵਾਰੀਏ ਕੋਈ ਪਰਉਪਕਾਰ। ਉਹ ਗੁਰਦੁਆਰੇ ਦੀ ਸੇਵਾ ਸਿਮਰਨ ਕਰੀਏ। ਇਹੋ ਰੰਗ ਇਹੋ ਰਸ ਭੋਗਾ, ਇਹੀ ਪ੍ਰੇਮ ਰਸ, ਇਹੀ ਬ੍ਰਹਮ ਰੰਗ ਦਾ ਭੋਗ ਬਖਸ਼ੋ। ਹਰ ਚਰਣੀ ਮਨ ਲਾਗਾ ਰਾਮ, ਤੇਰੇ ਚਰਨ ਕਮਲਾਂ ਸਾਡਾ ਮਨ ਲੱਗਿਆ ਰਹੇ। ਲਾਗਾ ਚਰਨੇ ਪ੍ਰਭ ਕੀ ਸਰਣੇ, ਸੋ ਆਪ ਜੀ ਦੀ ਕੋਟ ਲੈ ਕੇ ਮੇਰਾ ਮਨ ਤੇਰੇ ਚਰਨ ਕਮਲਾਂ ਚ ਲੱਗਾ ਰਹੇ। हे ਪਰਮੇਸ਼ਰ, ਕਰਨ ਕਾਰਨ ਗੋਪਾਲਾ, ਇਹ ਸੰਸਾਰ ਦੇ ਮੂਲ ਸਾਰੇ ਕੰਮ ਦੇ ਕਰਨ ਵਾਲੇ ਗੋਪਾਲ ਸਾਡੇ ਤੇ ਇਹੋ ਜਿਹੀ ਕਿਰਪਾ ਕਰੋ। ਸਭ ਕਿਛ ਤੇਰਾ ਤੁਮ ਪ੍ਰਭ ਮੇਰਾ, ਸਭ ਕੁਝ ਹੀ ਤੇਰਾ ਦਿੱਤਾ ਹੋਇਆ ਤੇ ਤੂੰ ਮੇਰਾ ਮਾਲਕ ਹੈ। ਮੇਰੇ ਖਾਕਰ ਦੀਨ ਦਇਆਲਾ, ਸਾਈ ਖੁਦ ਕੱਟੇ ਦੀ ਔਕੜ ਹੈ। ਇਹ ਤੇਰੇ ਸੁਆਮੀ ਮਾਲਕ, ਇਹ ਗਰੀਬਾਂ ਦੀ ਦਿਆਲਤਾ ਕਰਨ ਵਾਲੇ ਵਾਹਿਗੁਰੂ। ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ, ਇਹ ਸਿੱਖਾਂ ਦੇ ਸਮੁੰਦਰ ਪਿਆਰੇ ਪਰਮੇਸ਼ਰ, ਮੇਰੇ ਗੁਣਾਂ ਤੋਂ ਜੀਣੇ ਦਾ ਮਨ ਸੰਤ ਸੰਗ ਮਨ ਜਾਗਾ, ਸਭ ਜਨਾਂ ਦੀ ਸੰਗਤ ਦੁਆਰਾ ਤੇਰੇ ਸਿਮਰਨ ਭਜਨ ਵਿੱਚ ਜਾਗਿਆ ਹੈ। ਉਹਨੀ ਸਮਝ ਆਈ ਹੈ। ਪਹਿਲਾਂ ਤਾਂ ਐਵੇਂ ਜ਼ਿੰਦਗੀ ਚਲੀ ਗਈ। ਕਉ ਨਾਨਕ ਪ੍ਰਭ ਕਿਰਪਾ ਕੀਤੀ, ਉਹ ਅਸੀਂ ਪੜ੍ਹਦੇ ਨੇ ਦੋਸਤ ਮਿੰਟਾਂ ਦੇ ਹੋਰ ਦੂਰੇ ਉਹ ਕੁਛ ਵੀ ਕੰਮ ਨਹੀਂ ਹੈ। ਨੌਕਰੀਆਂ ਚ ਕੀ ਕੰਮ ਆਉਂਦਾ? ਕੁਛ ਫਜ਼ੂਲ ਦੀਆਂ ਪੜ੍ਹਾਈਆਂ ਤੇ ਫਜ਼ੂਲ ਦਾ ਸਾਰਾ ਕੁਛ ਟਾਈਮ ਦੀ ਬਰਬਾਦੀ ਹੈ। ਬੜੀ ਦਾ ਕੁਛ ਹੋਰ ਹੈ, ਅੱਗੇ ਨਾਲ ਕੁਛ ਹੋਰ ਹੈ। ਕਿਤੇ ਵੀ ਬੰਦਾ ਚਲਿਆ ਜਾਏ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਸਮਾਂ ਦੀ ਜ਼ਿੰਦਗੀ ਸਫਲ ਹੈ। ਮਹਾਰਾਜ ਐਸੀ ਕਿਰਪਾ ਕਰੋ। ਚਰਨ ਕਮਲ ਮਨ ਲਾਗਾ, ਕਿ ਸਾਡਾ ਮਨ ਤੇਰੇ ਚਰਨ ਕਮਲਾਂ ਦੇ ਨਾਲ ਹੀ ਲੱਗਾ ਰਹੇ। ਹਮੇਸ਼ਾ ਦੀ ਬਾਣੀ ਪੜ੍ਹਦੇ ਰਹੀਏ, ਜਤਨ ਕਰਦੇ ਰਹੀਏ। ਵਾਹਿਗੁਰੂ ਸਾਹਿਬ ਦਾ ਸਾਨੂੰ ਬਖਸ਼ਿਸ਼ ਕਰੋ ਜੀ। ਇਹ ਸ਼ਬਦ ਸੰਪੂਰਨ ਹੋਇਆ ਹੈ। ਕਿਰਪਾ ਕਰਨੀ। ਆਓ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ। ਭੋਲੇ ਬਖਸ਼ਣਾ ਕਰਨੀ, ਅਭੀ ਤੋਂ ਸਮਤ ਬਖਸ਼ਣ। ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ, ਸੰਤ ਸੰਗ ਮਨ ਜਾਗਾ, ਕਉ ਨਾਨਕ ਪ੍ਰਭ ਕਿਰਪਾ ਕੀਤੀ, ਚਰਨ ਕਮਲ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪ੍ਰਸਾਦ ਪਾਏ ਸਤਿਗੁਰੂ ਮਹਾਰਾਜ, ਸਤਿਗੁਰੂ ਸਾਹਿਬਾਇਆ ਚਰਨ ਸਿੱਧੀ ਮਨਵਦੀਆਂ ਵਧਾਈਆਂ। ਸਭ ਦਾ ਵਡਿਆਈ, ਸਭ ਤੋਂ ਤੰਗਾ ਵਾਰੀ ਤੇਰਾ ਮਨ ਦੀ ਵਸਾਇਆ।